ਹੈਲੋ ਦੋਸਤੋ, SR ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਮੈਂ ਸੁਖ ਰਾਏ। ਮੈਂ ਤੁਹਾਨੂੰ ਕਰਾਵਾਂਗਾ ਇਸ ਕਲਾਸ ਵਿੱਚ ਪੋਲਿਟੀ। ਇਹ ਆਪਾਂ ਪੋਲਿਟੀ ਸਬਜੈਕਟ ਸਪੈਸੀਫਿਕ ਆਪਾਂ ਕਰਾਂਗੇ ਮਾਸਟਰ ਕੈਡਰ ਦੇ ਲਈ। ਪਰ ਇਹ ਪੋਲਿਟੀ ਦੀ ਕਲਾਸ ਸਾਰੇ ਸਬਜੈਕਟਸ ਜਿੰਨੇ ਵੀ ਆਪਣੇ ਐਗਜ਼ਾਮ ਹੁੰਦੇ ਹੈਗੇ, ਪੰਜਾਬ ਪੁਲਿਸ ਹੋ ਗਿਆ, ਪਟਵਾਰੀ ਹੋ ਗਿਆ, ਜਿੰਨੇ ਵੀ ਪੰਜਾਬ ਸਰਕਾਰ ਦੁਆਰਾ ਐਗਜ਼ਾਮ ਲਏ ਜਾਂਦੇ ਸਭ ਲਈ ਬੈਨੀਫਿਸ਼ਰੀ ਹੋਗੀ, ਕਿਉਂਕਿ ਪੋਲਿਟੀ ਹਰੇਕ ਐਗਜ਼ਾਮ ਦਾ ਇੱਕ ਮਹੱਤਵਪੂਰਨ ਸਬਜੈਕਟ ਹੁੰਦਾ ਹੈ। ਕਿਉਂਕਿ ਪੋਲਿਟੀ ਦੇ ਵਿੱਚੋਂ ਹਰੇਕ ਐਗਜ਼ਾਮ ਦੇ ਵਿੱਚ ਕੁਐਸਚਨ ਆਉਣਗੇ ਹੀ ਆਉਣਗੇ। ਜੇ ਆਪਾਂ ਮਾਸਟਰ ਕੈਡਰ ਦੀ ਗੱਲ ਕਰੀਏ, ਉਸ ਵਿੱਚ ਆਉਂਦੇ ਹੈਗੇ ਆਪਣੇ 75 ਕੁਐਸਚਨ ਪੋਲਿਟੀ ਦੇ, ਜਿਨ੍ਹਾਂ ਕੋਲ SST ਹੁੰਦੇ ਆ। ਠੀਕ ਹੈ, ਇਹਨਾਂ ਵਿੱਚੋਂ ਬਹੁਤ ਸਾਰੇ ਕੁਐਸਚਨ ਆਪਣੀ ਕਲਾਸ 'ਚ ਆ ਜਾਣਗੇ। ਲਗਭਗ 35-40 ਕਲਾਸਿਸ ਬਣਨਗੀਆਂ, ਜਿਨ੍ਹਾਂ ਨੂੰ ਤੁਸੀਂ ਦੇਖਣਾ ਤੇ ਉਸ ਤੋਂ ਨੋਟਸ ਕ੍ਰੀਏਟ ਕਰਨੇ ਆ ਤੇ 2-3 ਵਾਰ ਰਿਵੀਜ਼ਨ ਕਰਨੀ ਹੈ। ਇਹਨਾਂ ਤੁਹਾਡਾ ਬਹੁਤ ਸਾਰੀ ਹੈਲਪ ਹੋ ਜਾਏਗੀ। ਪੰਜਾਬ ਪੁਲਿਸ ਦੀ ਗੱਲ ਕਰੀਏ, ਉਸ ਵਿੱਚ 35 ਕੁਐਸਚਨ ਆਉਂਦੇ ਆ ਲਗਭਗ GS ਦੇ, ਇਸ ਵਿੱਚੋਂ 9 ਤੋਂ 10 ਕੁਐਸਚਨ ਆਉਂਦੇ ਹੈਗੇ ਆ ਪੋਲਿਟੀ ਦੇ। ਇਹਨਾਂ ਐਗਜ਼ਾਮ ਦੇ ਲਈ ਤਾਂ ਆਪਾਂ 9 ਤੋਂ 10 ਸਾਰੇ ਕੁਐਸਚਨ ਹੀ ਆਪਣੀ ਕਲਾਸ 'ਚ ਆਉਣਗੇ, ਇੱਕ ਵੀ ਕੁਐਸਚਨ ਬਾਹਰ ਨਹੀਂ ਆਵੇਗਾ। ਪੋਲਿਟੀ ਨੂੰ ਆਪਾਂ ਕਵਰ ਕਰਦੇ ਹੈਗੇ 3 ਤਰੀਕੇ, 3 ਪਾਰਟਸ 'ਚ ਵੰਡ ਕੇ, 3 ਪਾਰਟਸ 'ਚ ਵੰਡ ਕੇ ਆਪਾਂ ਕਵਰ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਸੰਵਿਧਾਨਿਕ ਇਤਿਹਾਸ। ਸੰਵਿਧਾਨ ਦਾ ਇਤਿਹਾਸ ਜਾਣਦੇ ਹਾਂ, ਜਿਸ ਵਿੱਚ ਕਿ ਜੋ ਵੀ ਸ਼ੁਰੂ ਤੋਂ ਲੈ ਕੇ ਮਹਾਤਮਾ ਗਾਂਧੀ ਦੀ 1922 ਦੀ ਸਪੀਚ, ਫਿਰ ਉਸ ਤੋਂ ਬਾਅਦ ਸਾਈਮਨ ਕਮਿਸ਼ਨ ਦੇ ਆਉਣ ਤੇ ਵਿਦਰੋਹ, ਲਾਰਡ ਬਿਰਕਨਹੈਡ ਦੁਆਰਾ ਕਹਿਣਾ ਕਿ ਆਪਣੇ ਨੈਤਿਕ ਤੌਰ ਤੇ ਭਾਰਤੀ ਸੰਵਿਧਾਨ ਬਣਾਉਣ ਦੇ ਹਾਲੇ ਤੱਕ ਨਹੀਂ ਹੈ। ਫਿਰ ਆਇਆ ਆਪਣਾ ਅਗਸਤ ਪ੍ਰਸਤਾਵ ਆਇਆ, ਉਸ ਤੋਂ ਬਾਅਦ ਕ੍ਰਿਪਸ ਮਿਸ਼ਨ ਆਇਆ, ਕੈਬਨਿਟ ਮਿਸ਼ਨ ਆਇਆ। ਉਹ ਸਾਰੇ ਆਪਾਂ ਵਿਸਤਾਰ ਨਾਲ ਪੜਾਂਗੇ ਇੱਥੇ ਇਸ ਦੇ ਇਤਿਹਾਸ ਵਿੱਚ। ਫਿਰ ਆਪਣਾ ਹੋ ਜਾਏਗਾ ਸੰਵਿਧਾਨ ਨਿਰਮਾਣ। ਸੰਵਿਧਾਨ ਦੇ ਵਿੱਚ ਆਪਾਂ ਪੂਰਾ ਸੰਵਿਧਾਨ ਪੜਾਂਗੇ। ਇਸ ਵਿੱਚ ਜੋ 395 ਆਰਟੀਕਲ, 25 ਭਾਗ ਹੋਣਗੇ, 12 ਅਨੁਸੂਚੀਆਂ, ਇਹਨਾਂ ਸਾਰਿਆਂ ਨੂੰ ਆਪਾਂ ਇਸ ਵਿੱਚ ਕਵਰ ਕਰਾਂਗੇ। ਲਾਸਟ ਆਪਣਾ ਤੀਸਰਾ ਹੋਊਗਾ ਪਾਰਟ, ਜੋ ਹੋਊਗਾ ਪ੍ਰਸ਼ਾਸਨ ਨਾਲ ਸੰਬੰਧਿਤ ਪ੍ਰਸ਼ਾਸਨਿਕ ਢਾਂਚਾ, ਜਿਸ ਦੇ ਨਾਲ ਸਰਕਾਰਾਂ ਤੇ ਬਾਕੀ ਜੋ ਵੀ ਸੰਸਥਾਵਾਂ ਆਪਣੇ ਕਾਰਜ ਕਰਦੀਆਂ। ਇਹਨਾਂ ਤਿੰਨਾਂ ਟੌਪਿਕਾਂ ਨੂੰ ਆਪਾਂ ਅਲੱਗ-ਅਲੱਗ ਪੜਾਂਗੇ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਜੋ ਆਪਣਾ ਟੌਪਿਕ ਅੱਜ ਦਾ ਸੰਵਿਧਾਨ ਦਾ ਇਤਿਹਾਸ ਪੜਾਂਗੇ। ਸੰਵਿਧਾਨ ਦਾ ਇਤਿਹਾਸ ਜਾਣਨ ਤੋਂ ਪਹਿਲਾਂ ਆਪਾਂ ਨੂੰ ਥੋੜਾ ਜਿਹਾ ਬੇਸਿਕ ਜਿਹਾ ਸੰਵਿਧਾਨ ਬਾਰੇ ਪਤਾ ਹੋਣਾ ਚਾਹੀਦਾ ਕਿ ਸੰਵਿਧਾਨ ਕੀ ਹੈ। ਅਸਲ 'ਚ ਬੇਸਿਕ ਜਿਹਾ ਆਪਾਂ ਸੰਵਿਧਾਨ ਬਾਰੇ ਜਾਣਾਂਗੇ ਕਿ ਸੰਵਿਧਾਨ ਹੁੰਦਾ ਕੀ ਹੈ। ਜੇ ਆਪਾਂ ਨਾਰਮਲੀ ਗੱਲ ਕਰੀਏ ਤਾਂ ਸੰਵਿਧਾਨ ਕਿਸੇ ਵੀ ਦੇਸ਼ ਦਾ ਕਾਨੂੰਨਾਂ ਦਾ ਇੱਕ ਸੰਗ੍ਰਹਿ ਹੈ। ਸਭ ਤੋਂ ਵੱਡਾ ਦੇਸ਼ ਦਾ ਕਾਨੂੰਨ ਹੁੰਦਾ ਹੈ ਸੰਵਿਧਾਨ। ਅਸਲ 'ਚ ਕਿਸੇ ਵੀ ਦੇਸ਼ ਦਾ ਸਭ ਤੋਂ ਵੱਡਾ ਕਾਨੂੰਨ ਹੁੰਦਾ ਹੈ, ਜਿਸ ਦੇ ਆਧਾਰ ਤੇ ਹੀ ਇਸ ਦੇਸ਼ ਦੇ ਪ੍ਰਸ਼ਾਸਨ ਤੇ ਸਾਰੇ ਜਿੰਨੇ ਸੰਸਥਾਵਾਂ ਆਪਣੀ ਸ਼ਕਤੀਆਂ ਪ੍ਰਾਪਤ ਕਰਦੀਆਂ ਤੇ ਇੱਕ ਦੇਸ਼ ਨੂੰ ਢਾਂਚੇਗਤ ਤਰੀਕੇ ਨਾਲ ਚਲਾਇਆ ਜਾਂਦਾ ਤੇ ਜ਼ਿੰਮੇਵਾਰੀ ਦੀ ਵੰਡ ਨੂੰ ਕੀਤਾ ਜਾਂਦਾ ਤੇ ਲੋੜੀ ਦੀਆਂ ਉਹਨਾਂ ਤੇ ਪਾਬੰਦੀਆਂ ਵੀ ਲਗਾਈਆਂ ਜਾਂਦੀਆਂ। ਤੁਸੀਂ ਦੇਖਿਆ ਹੋਵੇਗਾ ਜਿਵੇਂ ਆਪਣੇ ਹੁੰਦਾ ਆਪਣੇ ਫੈਮਿਲੀ ਹੁੰਦੀ ਹੈ, ਜੁਆਇੰਟ ਫੈਮਿਲੀ। ਜੇ ਤੁਸੀਂ ਰਹਿੰਦੇ ਹੋਗੇ, ਅੱਜ ਕੱਲ੍ਹ ਤਾਂ ਵੈਸੇ ਨਹੀਂ ਰਹਿੰਦੇ। ਜੁਆਇੰਟ ਫੈਮਿਲੀ 'ਚ ਕੀ ਹੁੰਦਾ, 20-22 ਜੇ ਮੈਂਬਰ ਹੈ ਪਰਿਵਾਰ ਦੇ, ਤੇ ਉਸ ਵਿੱਚੋਂ ਬਜ਼ੁਰਗ ਜਿਹੜੇ ਹੁੰਦੇ ਆ ਉਹ 5-7 ਨਿਯਮ ਕ੍ਰੀਏਟ ਕਰ ਦਿੰਦੇ ਆ। 5-7 ਨਿਯਮ ਬਣਾਏ ਜਾਂਦੇ ਪਰਿਵਾਰ ਦੇ ਢਾਂਚੇ ਨੂੰ ਸਹੀ ਸੰਚਾਲਿਤ ਕਰਨ ਲਈ, ਚੰਗੀ ਤਰੀਕੇ ਨਾਲ ਚਲਾਉਣ ਲਈ। ਮਤਲਬ ਕਿ ਜਿਵੇਂ ਕਿ ਕਿਸੇ ਨੂੰ ਕੰਮ ਦੇਤਾ ਘਰ ਦਾ ਕੰਮ, ਵੀ ਘਰ 'ਚ ਤੁਸੀਂ ਸਫਾਈ ਕਰਨੀ ਹੈ, ਕਿਸੇ ਨੇ ਦਿੱਤਾ ਕੰਮ, ਕਿਸੇ ਨੇ ਖਾਣਾ ਬਣਾਉਣਾ, ਕਿਸੇ ਨੂੰ ਬਾਜ਼ਾਰ ਦਾ ਕੰਮ ਦੇ ਦਿੱਤਾ ਵੀ ਤੁਸੀਂ ਬਾਜ਼ਾਰ 'ਚ ਜਾ ਕੇ ਸਮਾਨ ਲੈ ਕੇ ਆਉਣਾ ਨਾ। ਇਸ ਤਰ੍ਹਾਂ ਨਿਯਮਾਂ ਦੇ ਆਧਾਰ ਤੇ ਕੰਮਾਂ ਨੂੰ ਵੰਡ ਦਿੱਤਾ ਜਾਂਦਾ ਤੇ ਨਿਯਮਾਂ ਦੇ ਆਧਾਰ ਕਿਉਂ ਵੰਡਿਆ ਜਾਂਦਾ, ਤਾਂ ਜੋ ਜਿਹੜਾ ਘਰ ਦਾ ਢਾਂਚਾ ਉਹ ਸਹੀ ਤਰੀਕੇ ਨਾਲ ਸੰਚਾਲਿਤ ਕੀਤਾ ਜਾਵੇ। ਉਸੇ ਤਰ੍ਹਾਂ ਹੀ ਸੰਵਿਧਾਨ ਆਪਣੇ ਕਾਨੂੰਨਾਂ ਦਾ ਸੰਗ੍ਰਹਿ ਹੈ, ਜਿਸ ਨੂੰ ਕਿ ਸਰਵਉੱਚ ਕਾਨੂੰਨੀ ਦਸਤਾਵੇਜ਼ ਕਿਹਾ ਜਾਂਦਾ। ਇਹ ਕਾਨੂੰਨਾਂ ਦਾ ਸੰਗ੍ਰਹਿ ਹੈ ਜਿਸ ਨੂੰ ਸਰਵਉੱਚ ਕਾਨੂੰਨੀ ਦਸਤਾਵੇਜ਼ ਕਿਹਾ ਜਾਂਦਾ। ਸਰਵਉੱਚ ਦਾ ਮਤਲਬ ਹੋਇਆ ਕਿ ਇਸ ਤੋਂ ਉੱਪਰ ਕੋਈ ਵੀ ਕਾਨੂੰਨ ਨਹੀਂ ਹੈ। ਕੋਈ ਵੀ ਕਾਨੂੰਨ ਦਾ ਅਰਥ ਹੋਇਆ ਜੋ ਵੀ ਉਸ ਤੋਂ ਬਾਅਦ ਸੰਸਦ ਦੁਆਰਾ ਕਾਨੂੰਨ ਨਿਰਮਾਣ ਕੀਤੇ ਜਾਂਦੇ ਆ ਜਾਂ ਰਾਸ਼ਟਰਪਤੀ ਦੁਆਰਾ ਅਧਿਆਦੇਸ਼ ਜਾਰੀ ਕੀਤੇ ਜਾਂਦੇ ਆ, ਉਹ ਕੋਈ ਵੀ ਸੰਵਿਧਾਨ ਤੋਂ ਉੱਪਰ ਨਹੀਂ ਹੈ। ਕੋਈ ਵੀ ਸੰਸਥਾ ਜੋ ਵੀ ਸੰਵਿਧਾਨ ਦੇ ਅਕੋਰਡਿੰਗ ਬਣਾਈ ਗਈ ਉਹ ਉੱਪਰ ਨਹੀਂ ਹੈ। ਜਿਵੇਂ ਆਪਾਂ ਕਹਿੰਦੇ ਵੀ ਸੁਣਿਆ ਪ੍ਰਧਾਨ ਮੰਤਰੀ ਕਹਿੰਦੇ ਵੀ ਉੱਪਰ ਹੈ, ਸਰਵਉੱਚ ਪ੍ਰਧਾਨ ਮੰਤਰੀ ਹੈ, ਤਾਂ ਇਹ ਵੀ ਗਲਤ ਸਟੇਟਮੈਂਟ। ਰਾਸ਼ਟਰਪਤੀ ਕਹਿ ਦਈਏ ਵੀ ਉੱਪਰ ਹੈ, ਸਰਵਉੱਚ ਹੈ, ਉਹ ਵੀ ਗਲਤ। ਨਿਆਂਪਾਲਿਕਾ ਕਹਿ ਦਈਏ ਤਾਂ ਉਹ ਵੀ ਗਲਤ ਹੈ, ਕਿਉਂਕਿ ਇਹ ਸਾਰੀਆਂ ਸੰਸਥਾਵਾਂ ਜੋ ਵੀ ਸੰਸਥਾਵਾਂ ਜਾਂ ਪਦਵੀਆਂ ਇਹ ਸਾਰੀਆਂ ਆਪਣੀ ਸ਼ਕਤੀਆਂ ਤੇ ਜ਼ਿੰਮੇਵਾਰੀਆਂ ਸੰਵਿਧਾਨ ਤੋਂ ਹੀ ਪ੍ਰਾਪਤ ਕਰਦੇ ਆ।
ਇਸ ਲਈ ਸੰਵਿਧਾਨ ਦੇਸ਼ ਦਾ ਸਰਵਉੱਚ ਕਾਨੂੰਨੀ ਦਸਤਾਵੇਜ਼ ਹੁੰਦਾ ਹੈ, ਜਿਸ ਦੇ ਨਾਲ ਸਾਰੇ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ, ਕੰਮਕਾਜ ਚਲਾਇਆ ਜਾਂਦਾ। ਟੋਟਲੀ ਮਿਲਾ ਕੇ ਆਪਾਂ ਗੱਲ ਕਰੀਏ ਤਾਂ ਕੰਮਕਾਜ ਕੀਤਾ ਜਾਂਦਾ ਹੈ। ਸਾਰਿਆਂ ਨੂੰ ਸੰਸਥਾਵਾਂ ਨੂੰ ਬੰਨ੍ਹ ਕੇ ਰੱਖਣ ਲਈ, ਆਪਦੀ ਲਿਮਟੇਜ ਰੱਖਣ ਲਈ ਤੇ ਆਪਦੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ ਲਈ ਕਾਨੂੰਨ ਬਣਾਏ ਜਾਂਦੇ, ਜਿਹੜੇ ਕਿ ਸੰਵਿਧਾਨ 'ਚ ਐਡ ਆਨ ਕੀਤੇ ਗਏ। ਇਸ ਤਰ੍ਹਾਂ ਤੁਸੀਂ ਸੰਵਿਧਾਨ ਦਾ ਅਰਥ ਸਮਝੀਏ। ਹੁਣ ਆਪਾਂ ਗੱਲ ਕਰਦੇ ਹਾਂ ਸੰਵਿਧਾਨ ਜਿਹੜੇ ਦੇਸ਼ ਪੂਰੇ ਵਰਲਡ ਵਿੱਚ ਸੰਵਿਧਾਨ, ਦੋ ਤਰ੍ਹਾਂ ਦੇ ਸੰਵਿਧਾਨਾਂ ਦੀ ਕਿਸਮਾਂ ਨੂੰ ਵੰਡਿਆ ਜਾਂਦਾ। ਦੋ ਤਰ੍ਹਾਂ ਦੇ ਸੰਵਿਧਾਨ ਹੁੰਦੇ ਆ, ਤੁਸੀਂ ਬਹੁਤ ਵਾਰ ਸੁਣਿਆ ਹੋਗਾ ਵੈਸੇ ਇਹ, ਕਿਉਂਕਿ ਸਾਰੇ ਲਗਭਗ ਪੀਟੈਟ ਕਲੀਅਰ ਵਾਲੇ ਕਰਕੇ ਬੈਠੇ ਇੱਥੇ ਮਾਸਟਰ ਟੈਟ ਦੀ ਤਿਆਰੀ ਲਈ। ਸੰਵਿਧਾਨ ਦੋ ਤਰ੍ਹਾਂ ਹੁੰਦਾ, ਇੱਕ ਹੁੰਦਾ ਲਿਖਤੀ ਸੰਵਿਧਾਨ, ਤੇ ਇੱਕ ਹੁੰਦਾ ਅਲਿਖਤੀ ਸੰਵਿਧਾਨ। ਇਹ ਟਰਮ ਤੁਸੀਂ ਬਹੁਤ ਵਾਰ ਸੁਣੀ ਹੋਊਗੀ, ਬਹੁਤ ਜ਼ਿਆਦਾ ਵਾਰ, ਪਰ ਇਹਨਾਂ ਦਾ ਕਈ ਵਾਰੀ ਆਪਾਂ ਨੂੰ ਅੰਤਰ ਨਹੀਂ ਪਤਾ ਲੱਗਦਾ। ਕਈ ਲੋਕਾਂ ਨੂੰ ਕਲੀਅਰ ਵੀ ਅਰਥ ਲਿਖਤੀ ਸੰਵਿਧਾਨ ਕੀ ਹੁੰਦਾ। ਲਿਖਤੀ ਸੰਵਿਧਾਨ ਵਿੱਚ ਪਹਿਲੀ ਗੱਲ ਤਾਂ ਦੇਸ਼ ਦੇਖਦੇ ਆਪਾਂ, ਕਿਹੜੇ ਕਿਹੜੇ ਦੇਸ਼ਾਂ 'ਚ ਲਿਖਤੀ ਸੰਵਿਧਾਨ ਹੈ। ਇੰਪੋਰਟੈਂਟ ਹੈ, ਕੁਐਸਚਨ ਵੀ ਹੁੰਦਾ। ਤੇ USA 'ਚ ਲਿਖਤੀ संविधान है, इंडिया 'ਚ लिखती संविधान है, ब्राज़ील 'ਚ है लिखती संविधान, आस्ट्रेलिया 'ਚ है। ਇੱਥੇ ਕੀ ਪਾਇਆ ਜਾਂਦਾ, ਲਿਖਤੀ ਸੰਵਿਧਾਨ ਪਾਇਆ ਜਾਂਦਾ। ਠੀਕ ਹੈ, ਤੇ ਲਿਖਤੀ ਸੰਵਿਧਾਨ ਦਾ ਅਰਥ ਦੇਖੀਏ। ਇੱਥੇ ਲਿਖਤੀ ਸੰਵਿਧਾਨ ਵਾਲੇ ਦੇਸ਼ਾਂ ਵਿੱਚ, ਇਹਨੇ ਸਾਰੇ ਦੇਸ਼ਾਂ ਵਿੱਚ, ਜੇ ਆਪਾਂ ਇੰਡੀਆ ਦੀ ਗੱਲ ਕਰੀਏ ਇਸ 'ਚੋਂ, ਇਹਨਾਂ ਕੋਲੇ ਇੱਕ, ਆਪਣੇ ਇੰਡੀਆ ਕੋਲੇ 395 ਆਰਟੀਕਲਾਂ ਦੀ ਇੱਕ ਕੰਬਾਈਨਡ ਬੁੱਕ ਹੈ। ਲਿਖਤੀ ਸੰਵਿਧਾਨ ਦਾ ਇਹਨਾਂ ਕੋਲੇ ਇੱਕ ਜੁਆਇੰਟ ਕੰਬਾਈਨਡ ਬੁੱਕ ਹੈ, ਜੋ ਕਿ ਕਿਸੇ ਇੱਕ ਨਿਸ਼ਚਿਤ ਡੇਟ ਤੇ, ਨਿਸ਼ਚਿਤ ਮਿਤੀ ਤੇ ਸਮੇਂ ਤੇ ਦੇਸ਼ ਦੇ ਲੋਕਾਂ ਦੁਆਰਾ ਅਧਿਨਿਯਮਿਤ ਕੀਤੀ ਜਾਂਦੀ ਹੈ। ਅਧਿਨਿਯਮਿਤ ਦਾ ਮਤਲਬ ਹੈ ਆਪਣੇ ਆਪ ਤੇ ਲਾਗੂ ਕੀਤੀ ਜਾਂਦੀ ਹੈ। ਠੀਕ ਹੈ, ਮਤਲਬ ਕੁੱਲ ਮਿਲਾ ਕੇ ਛੋਟਾ ਜਿਹਾ ਅਰਥ ਇਹੀ ਹੈ ਕਿ ਇਹਨਾਂ ਕੋਲੇ ਲਿਖਤੀ ਇੱਕ ਕੰਬਾਈਨਡ ਬੁੱਕ ਹੁੰਦੀ ਹੈ। ਠੀਕ ਹੈ, ਕੰਬਾਈਨਡ ਬੁੱਕ ਹੈ ਇੱਕ, ਜਿਹੜੀ ਕਿ ਆਪਣੇ ਭਾਰਤ 26 ਜਨਵਰੀ 1950 ਨੂੰ ਲਾਗੂ ਕੀਤੀ ਗਈ। ਕੰਬਾਈਨਡ ਬੁੱਕ ਹੈ। ਲਿਖਤੀ ਸੰਵਿਧਾਨ ਵਿੱਚ ਹੁਣ ਲਿਖਤਾ ਆਪਾਂ ਲਿਖਤੀ ਦਿੱਤਾ, ਲਿਖਤੀ ਦਾ ਅਰਥ ਹੈ ਵੀ ਲਿਖਤ 'ਚ ਹੈ, ਪਰ ਇਹਦਾ ਅਰਥ ਇਹ ਨਹੀਂ ਹੈ। ਲਿਖਤੀ 'ਚ ਮਤਲਬ ਇਹ ਹੈ ਕਿ ਇਹਨਾਂ ਕੋਲ ਲਿਖਤ ਵਿੱਚ, ਮਤਲਬ ਕਿ ਰਿਟਨ ਵਿੱਚ ਪ੍ਰੋਵੀਜ਼ਨ ਸਾਰੇ ਹੈਗੇ ਆ, ਰਿਟਨ ਵਿੱਚ ਹੈਗੇ ਆ, ਪਰ ਉਹਨਾਂ ਕੋਲ ਇੱਕ ਕੰਬਾਈਨਡ ਬੁੱਕ ਨਹੀਂ ਹੈ ਵੀ ਇੱਕ ਬੁੱਕ ਦੇ ਦਿੱਤੀ ਵੀ ਹਾਂ ਵੀ ਇਹ ਤੁਹਾਡੇ ਦੇਸ਼ ਦਾ ਸੰਵਿਧਾਨ ਹੈ। ਉਵੇਂ ਨਹੀਂ ਹੈ। ਜਦੋਂ ਇਹਦਾ ਸੰਵਿਧਾਨ ਨਿਰਮਾਣ ਹੋਇਆ ਜਾਂ ਦੇਸ਼ ਕਾਰਜ ਕਰਨ ਲੱਗਿਆ ਆਪਣੇ ਸੰਵਿਧਾਨ ਦਿੱਤਾ, ਉਦੋਂ ਤੋਂ ਲੈ ਕੇ ਹੁਣ ਤੱਕ 2023 ਤੱਕ ਜਿੰਨੇ ਵੀ ਐਕਟ ਸੰਸਦ ਦੁਆਰਾ ਨਿਰਮਿਤ ਕੀਤੇ ਗਏ, ਉਹ ਸਾਰੇ ਆਟੋਮੈਟਿਕ ਇਹਨਾਂ ਦੇ ਸੰਵਿਧਾਨ ਦਾ ਪਾਰਟ ਹੁੰਦੇ ਆ ਤੇ ਲਗਾਤਾਰ ਵਿਕਸਿਤ ਹੁੰਦਾ ਜਾ ਰਿਹਾ। ਜਿਵੇਂ ਜਿਵੇਂ ਅੱਗੇ ਲੋੜ ਮੁਤਾਬਕ ਆਪਣੇ ਚੱਲਦੇ ਕਾਨੂੰਨਾਂ ਦੀ ਲੋੜ ਪਈ ਜਾਊਗੀ, ਇੱਥੇ ਇਹਨਾਂ ਦੇ ਸੰਵਿਧਾਨ ਵਿੱਚ ਐਡ ਹੁੰਦੇ ਜਾਣਗੇ। ਇੱਥੇ ਕਿਤੇ ਚਾਈਨਾ ਦੇ ਵਿੱਚ ਤੇ ਆਪਣੇ UK ਤੇ ਕੈਨੇਡਾ, ਇੱਥੇ ਪਾਇਆ ਜਾਂਦਾ ਅਲਿਖਤੀ ਸੰਵਿਧਾਨ। ਜੇ ਆਪਾਂ ਇੱਥੇ ਲਿਖਤੀ ਇਹਨਾਂ ਦੇ ਦੁਆਰਾ ਸੰਸਦ, ਇਸ ਵਿੱਚ ਸੰਸਦ ਸਰਵਉੱਚ ਹੁੰਦੀ ਹੈ, ਕਿਉਂਕਿ ਸੰਸਦ ਦੁਆਰਾ ਜਿੰਨੇ ਵੀ ਕਾਨੂੰਨ ਬਣਾਏ ਸੰਵਿਧਾਨ ਦਾ ਨਿਰਮਾਣ ਕਰਦੇ ਆ। ਜਦ ਕਿ ਇੱਥੇ ਜਿਹੜੀ ਸੰਸਦ ਆ ਉਹ ਵੀ ਆਪਣੇ ਸੰਵਿਧਾਨ ਤੋਂ ਸ਼ਕਤੀ ਪ੍ਰਾਪਤ ਕਰ ਰਹੀ ਹੈ, ਤੇ ਇਸ ਲਈ ਸਰਵਉੱਚ ਇੱਥੇ ਹੋ ਗਿਆ ਸੰਵਿਧਾਨ। ਇੱਥੇ ਸਰਵਉੱਚ ਹੁੰਦੀ ਹੈ ਸੰਸਦ, ਸਰਵਉੱਚ ਕੀ ਹੋਊਗੀ, ਸੰਸਦ ਹੋਊਗੀ। ਇਹ ਕਿਸੇ ਨਿਸ਼ਚਿਤ ਮਿਤੀ ਤੇ ਇਨੈਕਟਡ ਹੋਊਗਾ, ਲਾਗੂ ਹੋਊਗਾ, ਜਦ ਕਿ ਇਹ ਕੀ ਹੋਊਗਾ, ਵਿਕਾਸਸ਼ੀਲ ਹੈ, ਕਿਉਂਕਿ ਜਦੋਂ ਦਾ ਦੇਸ਼ ਕਾਰਜਕ੍ਰਮ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਇਹਦਾ ਸੰਵਿਧਾਨ ਦਾ ਨਿਰਮਾਣ ਵਿਕਸਿਤ ਹੀ ਹੁੰਦਾ ਜਾ ਰਿਹਾ, ਚੱਲਦਾ ਜਾ ਰਿਹਾ। ਇੱਕ ਮਤਲਬ ਕਿ ਪਰਪੱਕ ਨਹੀਂ ਹੋਇਆ ਹੈਗਾ, ਇੱਕ ਕਿਸੇ ਨਿਸ਼ਚਿਤ ਮਿਤੀ ਤੇ ਲਾਗੂ ਨਹੀਂ ਹੋਇਆ ਹੈਗਾ। ਠੀਕ ਹੈ, ਜਿਹੜਾ ਹੁਣ ਤੱਕ ਕੀਤਾ ਆਪਾਂ ਸਿਰਫ ਬੇਸ ਬਣਾਉਣ ਲਈ ਸੀਗਾ। ਇਸ ਤੋਂ ਬਾਅਦ ਆਪਾਂ ਦੇਖਾਂਗੇ ਸੰਵਿਧਾਨ ਨਿਰਮਾਣ ਦਾ ਇਤਿਹਾਸ। ਇਤਿਹਾਸ ਵਿੱਚ ਦੇਖੀਏ ਤਾਂ ਜਿਵੇਂ ਤੁਹਾਨੂੰ ਮੈਂ ਪਹਿਲੇ ਦੱਸਿਆ ਕਿ 1922 ਵਿੱਚ ਮਹਾਤਮਾ ਗਾਂਧੀ ਜੀ ਨੇ ਇਹ ਸਟੇਟਮੈਂਟ ਦਿੱਤੀ ਕਿ ਰਾਸ਼ਟਰ ਦੇ ਨਿਰਮਾਣ ਦਾ ਨਿਰਣਾ ਵੀ ਰਾਸ਼ਟਰ ਦੁਆਰਾ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਹੋਣਾ ਚਾਹੀਦਾ ਹੈ। ਮਤਲਬ ਕਿ ਜੋ ਲੋਕਾਂ ਦੇਸ਼, ਜਿਵੇਂ ਭਾਰਤ ਦੇਸ਼ ਹੈ, ਭਾਰਤ ਦੇ ਲੋਕਾਂ ਦੁਆਰਾ ਚੁਣੇ ਹੋਏ ਉਹਨਾਂ ਦੇ ਨੁਮਾਇੰਦੇ, ਉਹਨਾਂ ਦੇ ਪ੍ਰਤੀਨਿਧ, ਉਹਨਾਂ ਦੁਆਰਾ ਹੀ ਰਾਸ਼ਟਰ ਨਿਰਮਾਣ ਦਾ ਕਾਰਜ ਹੋਣਾ ਚਾਹੀਦਾ ਹੈ। ਉਹਨਾਂ ਦੁਆਰਾ ਹੀ ਕਾਨੂੰਨ ਨਿਰਮਾਣ ਹੋਣਾ ਚਾਹੀਦਾ ਹੈ, ਉਹਨਾਂ ਦੁਆਰਾ ਹੀ ਲਾਅ ਜੋ ਵੀ ਆਪਣੇ ਸੰਸਥਾਵਾਂ ਲਈ ਬਣਾਏ ਜਾਣੇ ਚਾਹੀਦੇ ਹਨ। ਠੀਕ ਹੈ, ਉਸ ਤੋਂ ਬਾਅਦ ਇਸ ਗੱਲ ਤੋਂ ਇਹਨਾਂ ਦੇ ਭਾਸ਼ਣ ਦੇ ਵਿੱਚ ਇਹ ਗੱਲ ਗਈ। ਉਸ ਤੋਂ ਬਾਅਦ ਹੌਲੀ ਹੌਲੀ ਇਹ ਗੱਲ ਨੂੰ ਅੱਗੇ ਵਧਾਇਆ ਗਿਆ ਤੇ ਉਸ ਤੋਂ ਬਾਅਦ ਜਦੋਂ 1928 ਸੈਮਨ ਕਮਿਸ਼ਨ ਆਇਆ, ਭਾਰਤ ਸਾਰੇ ਜਾਣਦੇ ਹੋ, 1928 ਆਇਆ ਸੈਮਨ ਕਮਿਸ਼ਨ। ਇਸ ਵਿੱਚ ਕੀ ਸੀਗਾ
ਕਮਿਸ਼ਨ, ਸਪੈਲਿੰਗ ਤੇ ਨਾ ਜਾਇਓ, ਸਾਈਮਨ ਕਮਿਸ਼ਨ। ਇਸ ਵਿੱਚ ਕੀ ਸੀਗਾ ਵੀ 7 ਮੈਂਬਰ ਸੀ ਇਸ ਦੇ ਸਾਈਮਨ ਕਮਿਸ਼ਨ ਦੇ, ਸੱਤੋਂ ਦੇ ਸੱਤੋਂ ਕੀ ਸੀਗੇ ਅੰਗਰੇਜ਼, 7 ਮੈਂਬਰ ਅੰਗਰੇਜ਼, ਜਿਸ ਦੇ ਕਾਰਨ ਭਾਰਤੀਆਂ ਨੇ ਇਸ ਦਾ ਕੀਤਾ ਸੀ ਵਿਰੋਧ ਕੀਤਾ, ਅੰਦੋਲਨ ਕੀਤੇ ਜਾਂ ਵੀ ਕੁਝ ਵੀ ਹੋਇਆ ਨਾ, ਨॉन ਵਾਇਲੈਂਸ ਵੀ ਹੋਇਆ ਨਾ, ਵਾਇਲੈਂਸ ਵੀ ਹੋਇਆ, ਨॉन ਵਾਇਲੈਂਸ ਸੌਰੀ ਵਾਇਲੈਂਸ ਵੀ ਹੋਇਆ, ਤੇ ਜਿਸ ਕਾਰਨ ਉੱਥੋਂ ਇੱਕ ਆਪਣਾ ਸੀਗਾ ਲਾਰਡ ਬਿਰਕਨਹੈਡ, ਇੱਕ ਬੰਦਾ ਸੀਗਾ ਲਾਰਡ ਬਿਰਕਨਹੈਡ, ਬ੍ਰਿਟਿਸ਼ ਸੀਗਾ ਬਿਰਕਨਹੈਡ, ਇਹ ਖੁਦ ਨੂੰ ਜ਼ਿਆਦਾ ਸਿਆਣਾ ਸਮਝਦਾ ਹੋਣਾ। ਇਹਨੇ ਕਿਹਾ ਕਿ ਭਾਰਤੀ ਲੋਕ ਨੈਤਿਕ ਤੌਰ ਤੇ ਤਿਆਰ ਹੀ ਨਹੀਂ ਹੈ ਸੰਵਿਧਾਨ ਨਿਰਮਾਣ ਦੇ ਲਈ, ਹਾਲੇ ਤੱਕ ਤਿਆਰ ਹੀ ਨਹੀਂ ਹੈ ਭਾਰਤੀ ਲੋਕ, ਇਸ ਲਈ ਹਾਲੇ ਤੱਕ ਸੰਵਿਧਾਨ ਨਿਰਮਾਣ ਦਾ ਭਾਰਤੀਆਂ ਦੇ ਹੱਥਾਂ 'ਚ ਕੋਈ ਕਾਰਜਕ੍ਰਮ ਨਹੀਂ ਦਿੱਤਾ ਜਾਵੇਗਾ। ਇਸ ਬੰਦੇ ਨੇ ਇਹ ਗੱਲ ਕੀ ਸਾਈਮਨ ਕਮਿਸ਼ਨ ਦੇ ਵਿਦਰੋਹ ਦੇ ਵਿੱਚ ਜਦੋਂ ਇਹਨਾਂ ਲੋਕਾਂ ਨੇ ਅੰਦੋਲਨ ਦੇਖੇ ਤਾਂ ਇਸ ਚੀਜ਼ ਨੂੰ ਜਦੋਂ ਇਹਨੇ ਕਿਹਾ ਵੀ ਹਾਂ ਵੀ ਭਾਰਤੀ ਤਿਆਰ ਹੀ ਨਹੀਂ ਹੈ, ਇਸ ਚੀਜ਼ ਨੂੰ ਜਿਹੜੀ ਉਸ ਸਮੇਂ ਦੀ ਕਾਂਗਰਸ ਸੀਗੀ, ਮੋਤੀ ਲਾਲ ਨਹਿਰੂ ਵਾਲੇ ਜੋ ਨੇਤੇ ਸੀ ਆਪਣੇ ਭਾਰਤ ਦੇ ਪ੍ਰਮੁੱਖ ਨੇਤੇ ਸੀਗੇ, ਉਹਨਾਂ ਨੇ ਇਸ ਚੀਜ਼ ਨੂੰ ਲਿਆ ਚੈਲੰਜ ਦੇ ਤੌਰ ਤੇ ਕਿ ਇਸ ਨੇ ਸਾਨੂੰ ਕਿਵੇਂ ਕਿਹਾ ਨਾ, ਹੁੰਦਾ ਹੀ ਆਪਾਂ ਨੂੰ ਵੀ ਆਪਾਂ ਵੀ ਕਹਿੰਦੇ ਜੇ ਆਪਾਂ ਨੂੰ ਕਹਿ ਦੇ ਵੀ ਹਾਂ ਵੀ ਇਹ ਨਹੀਂ ਕਰ ਸਕਦੇ, ਇਸ ਚੀਜ਼ ਨੂੰ ਲਿਆ ਆਪਣੇ ਮੋਤੀ ਲਾਲ ਨਹਿਰੂ ਜੀ ਚੈਲੰਜ ਤੌਰ ਤੇ ਇੱਕ ਕਮੇਟੀ ਬਣਾਈ ਗਈ, ਕਮੇਟੀ ਨਿਰਮਿਤ ਕੀਤੀ ਗਈ ਮੋਤੀ ਲਾਲ ਨਹਿਰੂ ਜੀ ਦੇ ਅਧਿਕਸ਼ਤਾ ਦੇ ਵਿੱਚ ਹੀ ਇੱਕ ਕਮੇਟੀ ਨਿਰਮਿਤ ਕੀਤੀ ਗਈ, ਉਹਦੇ ਅਧਿਕਸ਼ ਕੌਣ ਸੀਗੇ, ਮੋਤੀ ਲਾਲ ਨਹਿਰੂ ਜੀ। ਜੋ ਵੀ ਲਿਖਾ ਰਿਹਾ ਲਿਖਦੇ ਜਾਇਓ, ਆਪਣੇ ਨੋਟਸ ਦੇ ਵਿੱਚ ਤਿਆਰ ਕਰ ਲਿਓ, ਕਿਉਂਕਿ ਕੁਐਸਚਨ ਆਉਂਦੇ ਹੈਗੇ ਕਿ ਇਹ ਮੋਤੀ ਲਾਲ ਅਧਿਕਸ਼ ਕੌਣ ਸੀ ਇਹਦਾ। ਇਹਨਾਂ ਨੇ ਅਗਸਤ 1900 ਇੱਕ ਕਮੇਟੀ ਬਣਾਈ, ਜਦੋਂ ਇਹਨਾਂ ਨੇ ਸੰਵਿਧਾਨ ਨਿਰਮਾਣ ਤੇ ਕੰਮ ਕੀਤਾ ਤੇ ਸਾਰੇ ਜਿੰਨੀਆਂ ਵੀ ਪਾਰਟੀਆਂ ਸਾਰੀਆਂ ਜੁਆਇੰਟ ਹੋ ਗਈਆਂ, ਸਾਰਿਆਂ ਨੇ ਇੱਕ ਸਭਾ ਦੇ ਵਿੱਚ ਬੈਠ ਕੇ ਸੰਵਿਧਾਨ ਨਿਰਮਾਣ ਦਾ ਕਾਰਜ ਸ਼ੁਰੂ ਕੀਤਾ, ਮਤਲਬ ਕਿ ਇੱਕ ਰਿਪੋਰਟ ਤਿਆਰ ਕੀਤੀ ਵੀ ਕਿਸ ਤਰ੍ਹਾਂ ਸੰਵਿਧਾਨ ਦਾ ਨਿਰਮਾਣ ਹੋ ਸਕਦਾ ਹੈ ਨਾ, ਉਹਦੇ ਲਈ ਰਿਪੋਰਟ ਤਿਆਰ ਕੀਤੀ। ਤੇ ਇਸ ਕਮੇਟੀ ਨੇ ਅਗਸਤ 1928 ਨੂੰ ਆਪਦੀ ਰਿਪੋਰਟ ਪੇਸ਼ ਕੀਤੀ, ਜਿਹਨੂੰ ਕਿ ਨਹਿਰੂ ਰਿਪੋਰਟ ਦੇ ਨਾਂ ਨਾਲ ਜਾਣਿਆ ਜਾਂਦਾ, ਨਹਿਰੂ ਰਿਪੋਰਟ ਦੇ ਨਾਂ ਨਾਲ ਜਾਣਿਆ ਜਾਂਦਾ। ਵੈਸੇ ਤਾਂ ਇਸ ਨੂੰ ਆਪਾਂ ਨੂੰ ਪਤਾ ਹੀ, ਜਿਵੇਂ ਉਹਨਾਂ ਨੇ ਕਿਹਾ ਸੀ ਨੈਤਿਕ ਤੌਰ ਤਿਆਰ ਹੀ ਨਹੀਂ, ਉਹਨਾਂ ਨੇ ਇਸ ਚੀਜ਼ ਤੇ ਕੋਈ ਗੌਰ ਨਹੀਂ ਕੀਤੀ, ਠੀਕ ਹੈ। ਇਹਦੇ ਲਈ ਫਿਰ 1929 ਵਿੱਚ ਅੱਗੇ ਅਗਲੇ ਸਾਲ ਕੀ ਹੋਇਆ, 1929 ਲਾਹੌਰ ਅਧਿਵੇਸ਼ਨ ਹੋਇਆ ਕਾਂਗਰਸ ਦਾ, ਲਾਹੌਰ ਅਧਿਵੇਸ਼ਨ ਹੋਇਆ, ਲਾਹੌਰ ਅਧਿਵੇਸ਼ਨ, ਠੀਕ ਹੈ। ਇੱਥੇ ਪੂਰਨ ਸਵਰਾਜ ਦੀ ਗੱਲ ਕੀਤੀ ਗਈ, ਪੂਰਨ ਸਵਰਾਜ ਦੀ ਗੱਲ ਕੀਤੀ ਗਈ ਪਹਿਲੀ ਵਾਰੀ, ਤੇ ਇਸੇ ਉਪਲਕਸ਼ ਵਿੱਚ 26 ਜਨਵਰੀ ਨੂੰ ਆਪਣੇ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ, 26 ਜਨਵਰੀ ਨੂੰ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਇੱਕ ਮਤਲਬ ਕਿ ਮੰਨਣ ਵਾਲੀ ਗੱਲ ਹੀ ਸੀਗੀ ਉਸ ਸਮੇਂ ਤਾਂ ਵੀ 26 ਜਨਵਰੀ ਨੂੰ ਅਸੀਂ ਆਪਦਾ ਸੁਤੰਤਰਤਾ ਦਿਵਸ ਮਨਾਇਆ ਕਰਾਂਗੇ, ਇਹ ਇਤਿਹਾਸਿਕ ਉਹੀ ਹੈ, ਸੱਚੀ ਹੈ ਸਿਰਫ। ਅੱਗੇ ਕੀ ਹੋਇਆ, ਇੱਥੇ ਤੱਕ ਸਿਰਫ ਚੱਲ ਰਹੀ ਸੀਗੀ ਸੰਵਿਧਾਨ ਨਿਰਮਾਣ ਦੀ ਗੱਲ, ਵੀ ਸੰਵਿਧਾਨ ਹੋਣਾ ਚਾਹੀਦਾ ਸਾਡਾ, ਭਾਰਤੀ ਦੁਆਰਾ ਬਣਾਇਆ ਹੋਣਾ ਚਾਹੀਦਾ, ਬਾਕੀ ਇਸ ਵਿੱਚ ਅੱਗੇ ਕੋਈ ਵੀ ਉਹ ਨਹੀਂ ਹੋ ਰਹੀ ਸੀਗੀ, ਸੰਵਿਧਾਨ ਦੀ ਗੱਲ ਹੀ ਚੱਲ ਰਹੀ ਸੀਗੀ। ਜਿਹੜੀ ਸੰਵਿਧਾਨ, ਇਹ ਕੁਐਸਚਨ ਆਉਂਦਾ ਅੱਗੇ ਇੱਕ ਬਹੁਤ ਸਾਰੇ ਐਗਜ਼ਾਮ 'ਚ ਆਇਆ ਕਿ ਸੰਵਿਧਾਨ ਸਭਾ ਦੀ ਗੱਲ ਸਭ ਤੋਂ ਪਹਿਲਾਂ ਕਿਸ ਨੇ ਕੀਤੀ, ਸੰਵਿਧਾਨ ਸਭਾ ਦੀ ਸਭ ਤੋਂ ਪਹਿਲਾਂ ਗੱਲ ਕਿਸ ਨੇ ਕੀਤੀ, ਇਹ ਕੁਐਸਚਨ ਆਉਂਦਾ, ਬਹੁਤ ਵਾਰ ਆਇਆ ਹੋਇਆ ਪਹਿਲਾਂ ਵੀ ਸੰਵਿਧਾਨ ਸਭਾ ਦੀ ਸਭ ਤੋਂ ਪਹਿਲਾਂ ਗੱਲ ਕਿਹਨੇ ਕੀਤੀ, ਉਹ ਕਰੀ ਸੀਗੀ ਐਮ ਐਨ ਰਾਓ ਨੇ, ਇੰਪੋਰਟੈਂਟ ਹੈ, ਐਮ ਐਨ ਰਾਓ ਨੇ ਕੀਤਾ। ਬਾਅਦ 'ਚ ਇਸ ਸੰਵਿਧਾਨ ਸਭਾ ਦੀ ਗੱਲ ਨੂੰ ਸਪੋਰਟ ਕਰਨ ਵਾਲੀ ਪਹਿਲੀ ਪਾਰਟੀ ਕੌਣ ਸੀ, ਇੱਥੇ ਬਹੁਤ ਕੈਂਡੀਡੇਟ ਗਲਤ ਜਵਾਬ ਆਉਂਦੇ ਆ, ਇਹ ਤਾਂ ਆਊਗਾ ਸੰਵਿਧਾਨ ਸਭਾ ਨੂੰ ਸਭ ਤੋਂ ਪਹਿਲਾਂ ਸਪੋਰਟ ਕਰਨ ਵਾਲੀ ਪਾਰਟੀ ਸੀਗੀ ਆਪਣੀ ਸਵਰਾਜ ਪਾਰਟੀ। ਬੱਚੇ ਇੱਥੇ ਲਾ ਜਾਂਦੇ ਹੈਗੇ ਆ ਕਾਂਗਰਸ, ਕਿਉਂਕਿ ਆਪਾਂ ਉਸ ਸਮੇਂ ਜ਼ਿਆਦਾ ਕਾਂਗਰਸ ਦਾ ਹੀ ਬੋਲਬਾਲਾ ਸੀ ਨਾ। ਸਵਰਾਜ ਪਾਰਟੀ ਨੇ ਸਭ ਤੋਂ ਪਹਿਲਾਂ ਇਸ ਮੰਗ ਨੂੰ ਸਪੋਰਟ ਕੀਤੀ, ਜਿਹੜੀ ਕਿ 1924 ਚ ਬਣੀ ਸੀ। ਸਵਰਾਜ ਪਾਰਟੀ ਕਦੋਂ ਬਣੀ ਸੀ? 1924 ਚ ਬਣਾਈ ਗਈ ਸੀ। ਬਾਕੀ ਦੇ ਬਾਰੇ ਵਿਸਤਾਰ ਜੋ ਆਪਾਂ ਅੱਗੇ ਪੜਾਂਗੇ। ਇਹ ਤਾਂ ਸੰਵਿਧਾਨ ਸਭਾ ਦੀ ਗੱਲ ਹੋ ਗਈ, ਇੱਥੇ ਤੱਕ ਕੋਈ ਉਹ ਨਹੀਂ ਹੈ, ਬ੍ਰਿਟਿਸ਼ ਸਰਕਾਰ ਬਿਲਕੁਲ ਗੌਰ ਕਰਦੀ। ਫਿਰ ਇਸ ਜਦੋਂ ਗੌਰ ਨਹੀਂ, ਫਿਰ 1935 ਚ ਅਗਲੇ ਸਾਲ ਕੀ ਹੋਇਆ, ਕਾਂਗਰਸ ਨੇ ਆਪਦੀ ਜਿਹੜਾ ਉਹਨਾਂ ਦਾ ਸਾਲਾਨਾ ਜਿਹੜਾ ਉਹ ਮੀਟਿੰਗ ਹੁੰਦੀ ਸੀ ਉਹਨਾਂ ਦੀ ਕਾਂਗਰਸ ਦੀ, 1935 ਚ ਉਹਨਾਂ ਨੇ ਅਫੀਸ਼ੀਅਲ ਮੰਗ ਰੱਖੀ ਕਾਹਦੀ? ਸੰਵਿਧਾਨ ਸਭਾ ਦੀ, ਵੀ ਇੱਕ ਸੰਵਿਧਾਨ ਸਭਾ ਬਣਾਈ ਜਾਵੇ ਜਿਸ ਵਿੱਚ ਕਿ ਭਾਰਤੀ ਸੰਵਿਧਾਨ ਨਿਰਮਾਣ ਦਾ ਕਾਰਜ ਕਰਨਗੇ ਤੇ ਭਾਰਤੀ ਮੈਂਬਰਾਂ ਨੂੰ ਸ਼ਾਮਲ ਕੀਤਾ ਜਾਵੇ।
उन्होंने तो बस खेड समझ ली भारतीय की भी, ब्रिटिश भारतीय बोली जाते, कोई मतलब नहीं है इंडियन लोगों को, अपने देश के लोगों को कोई गौर नहीं की गई इस चीज़ से करना। तो जूं कदों सरकी इन्होंने फिर 1939 1939 सब जानते हैं कि दूसरा विश्व युद्ध लग गया। जापान पहुंच गया बर्मा, जापान की सेना पहुंच गई बर्मा तक पहुंच गई, बर्मा जिन्होंने अजकल म्यांमार कहते हैं, उस समय बर्मा से नाम होता। जो बर्मा तक पहुंच गई, भारतीय सैनिकों ने इन्हों की साथ देने तो इनकार करता, ब्रिटिश सेना का साथ देने तो भारतीय सैनिकों ने इनकार करता, जबकि उस समय ब्रिटिश सेना को भारतीय सेना की बहुत ज़्यादा लोड़ सी। इसे लोड़ के लिए इसे प्रभाव च आके प्रैशर है जो कि ब्रिटिश सरकार ने संविधान सभा की गल की, पहली बारी जी मंग की उन्होंने काहदे की, अगस्त प्रस्ताव के, पहली बारी संविधान सभा को मंजूर किया जो ब्रिटिश सरकार द्वारा वो किया गया अगस्त प्रस्ताव के। अगस्त प्रस्ताव के मैंने उस समय अपने वायसराय सीगा लॉर्ड लिनलिथगो, वैसे तो इन्होंने लॉर्ड कहने जल नहीं करता, चलो फिर भी लॉर्ड लिनलिथगो आप दी महानता लिए आप ही लाई देते सी लॉर्ड, ठीक है, लॉर्ड लिनलिथगो। इस दौरान लिया अगस्त प्रस्ताव। इस की गल की गई कि जो युद्ध अपना इस गल की गई, इन्होंने कहा कि जेड़े भी संविधान सभा का निर्माण किया जाएगा, पर उस बहुत सारे भारतीय लोगों को भी समूलियत दी जाएगी, कि भारतीयों को भी मैंबरशिप दी जाएगी, जिस का अर्थ कि भारतीयों के नाल ब्रिटिश लोग भी शामिल होंगे। सिंपल ही है ना, यह वर्डिंग ने यही मतलब आना है कि ब्रिटिश लोगों को भी दी जाए, भारतीय लोगों को भी दी जाएगी। यदा अर्थ तो यही है कि ब्रिटिश लोग होंगे, पर भारतीय जी नहीं चाहते, ना कांग्रेस चाहती सी, ना ही कोई होर पार्टी चाहती सी कि भारतीयों के बिना कोई होर साडे कानून निर्माण करे। इसलिए इस चीज़ को कांग्रेस ने रिजेक्ट करता, जो इस कहा गया कि भारतीय ही भी दे नाल ब्रिटिश भी शामिल होंगे, कांग्रेस ने इस करता रिजेक्ट करता। मुस्लिम लीग ने भी इस रिजेक्ट किया। मुस्लिम लीग ने रिजेक्ट किया क्योंकि उस समय इस गल इस पाकिस्तान की गल नहीं की गई सी, पाकिस्तान की कोई गल नहीं की गई, करके मुस्लिम लीग ने भी इस रिजेक्ट करता। इसलिए अगस्त प्रस्ताव रफा दफा हो गया, ये आधार पर कोई हो नहीं, भारतीय द्वारा कोई गौर नहीं की, सिर्फ रिजेक्ट किया गया। उस तो बाद 1942 लिया गया क्रिप्स मिशन। 1942 आया क्रिप्स मिशन, जिदे कि जो प्रधान से सर स्टैफर्ड क्रिप्स से, ये इन्होंने कहा कि संविधान जो युद्ध चल रहा है ना, दूसरा विश्व युद्ध, वो अंत तो बाद असीं भारतीयों की संविधान सभा का निर्माण करेंगे। अंत तो बाद मतलब क्या होया भी युद्ध का की पता कदों तक चलेगा। महात्मा गांधी ने इसीलिए एक कोट कहा सीगा, वो पेपर च आउंदा है, यूजीसी नेट के पेपर च आया पहला। महात्मा गांधी जी ने की कहा सी कैबिनेट आज अपना क्रिप्स मिशन के लिए, महात्मा गांधी ने कही सी गल कि ये क्रिप्स मिशन दिवालिया हुए बैंक का वो चेक है जिसकी मिति लंघ चुकी है, जिसकी मिति लंघ चुकी है। ये बहुत बार स्टेटमेंट आ जाती है भी किस मिशन के बारे क्या सी, किसने क्या सी, एक क्वेश्चन होता है। महात्मा गांधी जी ने क्या सीगा क्रिप्स मिशन के बारे क्या सी, क्रिप्स मिशन के बारे क्या सी, क्योंकि इस विच युद्ध समाप्ति तो बाद संविधान सभा की गल करी गई सी। क्रिप्स मिशन बारे होर भी क्वेश्चन आ जाते हैं, कदों आया 22 मार्च 1942 में आया सी क्रिप्स मिशन। प्रधान कौन सी था, प्रधान सी सर स्टैफर्ड क्रिप्स का प्रधान सीगा, ठीक है। पर इस करके रिजेक्ट करता सी, ना ही कांग्रेस ने स्वीकार किया, ना ही मुस्लिम लीग ने, भारतीय ने नहीं स्वीकार किया। फिर की होया 1946 में हुई ब्रिटेन के चोणां, प्रधानमंत्री पद के लिए हुई चोणां, पीएम बने मजदूर पार्टी के पीएम बने, उन्होंने मजदूर पार्टी के लेबर पार्टी से जी बने एटली पीएम बने। एटली जो पीएम बने उन्हें भेजा 3 मैंबरों का एक अपना मिशन भेजा, 3 मैंबरों की एक कमेटी बनाई, तो क्रिप्स आप कहने कैबिनेट मिशन कहने जिन्होंने 1946 आया कैबिनेट मिशन भेजा एक भारतीयों के लिए।
कैबिनेट मिशन भेजा 1946 ਚ ਜਦੋਂ ਮਜ਼ਦੂਰ ਸੰਘ ਦੀ ਬਟੇਲ ਦੇ ਵਿੱਚ ਐਟਲੀ ਪੀਐਮ ਬਣੇ ਸੀਗੇ, ਉਹਨੇ ਭੇਜਿਆ। ਇਹਦੇ 3 ਮੈਂਬਰ ਸੀਗੇ, ਇੱਕ ਤਾਂ ਸਰ ਸਟੀਫਨ ਕ੍ਰਿਪਸੀ ਸੀਗਾ, ਇਹ ਆ ਵੀ ਸੀ। ਸੈਕੰਡ ਸੀਗਾ ਅਲੈਗਜ਼ੈਂਡਰ, ਤੇ ਥਰਡ ਸੀਗਾ ਲਾਰੈਂਸ। ठीक है, ये तीनों मैंबर, इन्होंने भी तीनों मैंबरों से क्वेश्चन आ जाता है, ਇਹਦਾ ईयर आ जाता कई बारी। ठीक है, ਤੇ ਇੱਕ क्वेश्चन ਇੱਕ इंपॉर्टेंट क्वेश्चन आਉਂਦਾ ਵੀ ਇਹਦਾ ਪ੍ਰਧਾਨ ਕੌਣ ਸੀ। ਇਹਦਾ ਪ੍ਰਧਾਨ ਸੀਗਾ ਲਾਰੈਂਸ, ਕਿਉਂਕਿ ਉਸ ਸਮੇਂ ਭਾਰਤ ਦਾ ਸਚਿਵ ਸੀਗਾ, ਭਾਰਤੀ ਸਚਿਵ ਸੀਗਾ ਉਸ ਸਮੇਂ, ਤੇ ਇਸ ਲਈ ਇਸ ਕਮਿਸ਼ਨ ਦਾ ਪ੍ਰਧਾਨ ਵੀ ਸੀਗਾ ਲਾਰੈਂਸ। ਲਾਰੈਂਸ ਇਹਦਾ ਪ੍ਰਧਾਨ ਵੀ ਸੀਗਾ, ਭਾਰਤੀ ਸਚਿਵ ਵੀ ਸੀਗਾ। ठीक है, इसने फिर इन्हें आया जो इन्हें बहुत सारी पार्टियों नाल संपर्क किया, गलबात की है ना, तो सारा देखभाल के एक मतलब कि एक संविधान सभा के निर्माण के लिए एक ब्यौरा रखा। इस ब्यौरे रखा गया कि 399 मैंबर होंगे संविधान सभा। हम आप शुरू करते हैं संविधान सभा, असल चलो संविधान सभा हम शुरू होगी, संविधान सभा बारे पढ़ांगे। ये सिर्फ फैक्ट है जो अपने कॉन्सैप्ट वगैरह से हो। संविधान सभा, संविधान सभा के गल की 399 मैंबर होंगे टोटल, जिन्हें 3 पार्ट से बनया। 292 होंगे ब्रिटिश प्रांतां तो, 4 कमिशनरी खेतरां तो, ते 93 होंगे देसी रियासत, 93 होंगे देसी रियासत तो। ये क्वेश्चन भी होंगे, तो वैसे तो थोड़ा याद ही होना है। 292 हो गए अपने ब्रिटिश प्रांतां तो, 4 हो गए कमिशनरी खेतरां तो, ते 93 हो गए देसी रियासत तो। ठीक है, अगे जो 292 ब्रिटिश प्रांतां तो आने से इन्होंने भी अगे पार्ट्स वंडिया गया सीगा, जो कि अपने पंथक आधार से सीगा। 292 ना, ये 210 जो आने से वो सिंपली जर्नल सीट सीगियां, जर्नल सीट सीगियां, जिस विच मुस्लिम ते सिखां तो बिना बाकी सारे पार्टिसिपेट कर सकते थे। सिखां ते मुस्लिमां से बिना बाकी सारे कर सकते थे। ते 4 सीटां राखवियां सीगियां सिखां दी, 4 सीटां राखवियां सीगियां सिखां दी। इस विच की सीगा कि 4 सीटां दे लई जो सिखां दी सी, इहदे विच वोटिंग भी सिख ही करनगे, सिख भाईचारे द्वारा ही इन्हां 4 मैंबरां दी सिलेक्शन की गई सी। ठीक है, इस तो बाद अपने 78 जी रखी गई सी सीटां, वो रखी गई सी मुसलमानों की रखनी सी। कोई सेम ये भी है कि 78 मुसलमानों की रखनी सी, 78 के 78 चुनणगे भी मुसलमान, ये सिखां ते मुसलमानों बिना भाग ले सकती बाकी बातें। ये जनरल चीज है। ये क्वेश्चन बनते हैं। इस तो बाद होया एक होर क्वेश्चन आता है ये कि जी मैंबरां की वंड हुई सी 399 मैंबर जो कितने सिलेक्ट किए थे 399 कटो 73 जी 93 से 93 तो अपने देसी रियासतों द्वारा नोमिनेट किए जाने थे। देसी रियासत मतलब जो उस समय राजे रजवाड़े से उन्होंने द्वारा 93 मैंबर संविधान सभा के नोमीनेट करके भेजे गए थे। ठीक है, तो 4 आने से कमिशनरी खेतरां तो, जे बाकी रह गए 292 वो 210 आने से जनरल खेतरां तो, 4 आने से सिख भाईचारे तो, 78 आने से अपने मुस्लिम सीटां मुस्लिम लोगों ने रखवियां सीगियां। ठीक है, तो जी की गई वंड की गई जनसंख्या के आधार पर। क्वेश्चन ये भी आता भी संविधान सभा के मैंबरों की वंड किस आधार पर की गई सी, जनसंख्या के आधार पर की गई सी मैंबर। तो एक सीट पिछे एक सीट लई 10 लाख आबादी निश्चित किया गया सीगा, एक सीट लई 10 लाख आबादी निश्चित किया गया सी। ये भी इंपॉर्टेंट क्वेश्चन आया हुआ है 2-3 बार पहला। मैंबर चुने गए, संविधान सभा का गठन हो गया, एवं करके सारे मैंबर हो गए। फिर चली संविधान सभा की कार्रवाई।
ਇਹਦੀ ਪਹਿਲੀ ਬੈਠਕ ਹੋਈ ਸੀਗੀ। ਪਹਿਲੀ ਬੈਠਕ ਬਾਰੇ ਆਪਾਂ ਗੱਲ ਕਰਦੇ ਹਾਂ। ਪਹਿਲੀ ਬੈਠਕ ਦੇ ਵਿੱਚ ਕੀ ਕੀ ਹੋਇਆ। ਪਹਿਲੀ ਬੈਠਕ ਹੋਈ 9 ਦਸੰਬਰ 1946। ਪਹਿਲੀ ਬੈਠਕ ਤੇ ਸਭ ਤੋਂ ਪਹਿਲਾਂ ਇਸਦਾ ਜਿਹੜਾ ਪ੍ਰਧਾਨ ਚੁਣਿਆ ਗਿਆ, मतलब कि सभापति जो किए गए ने, ठीक है, प्रेसिडेंट चुनिया गया ਜਿਹੜਾ ਉਹ चुनिया गया अपने डॉक्टर सचिवानंद सिन्हा ਨੂੰ। सचिदानंद सिन्हा जी ਨੂੰ ਪ੍ਰਧਾਨ ਚੁਣਿਆ ਗਿਆ। ठीक, क्यों चुनिया गया ਸੀ? क्योंकि सब तो ਵੱਡੀ ਏਜ ਦੇ ਸੀਗੇ, सब तो ਵੱਡੇ ਸੀਨੀਅਰ ਸੀਗੇ, ਤਾਂ ਕਿ ਉਹਨਾਂ ਨੂੰ ਡਾਕਟਰ ਸਚਿਦਾਨੰਦ ਸਿन्हा ਨੂੰ 9 ਨਵੰਬਰ ਨੂੰ ਚੁਣਿਆ ਗਿਆ। पर ये स्थाई नहीं ਸੀਗੇ, ਇਹ अस्थाई तौर पर ਸੀਗੇ, एक इलैक्टेड नहीं ਸੀਗੇ, वैसे ही नॉमिनेट किया गया ਸੀ ਇਹਨਾਂ ਨੂੰ। ठीक है, दूसरा पॉइंट ये पहली बैठक की इंपॉर्टेंट है कि इस पहली बैठक में 211 मैंबरां ने भाग लिया। 211 मैंबरां ने भाग लिया सी इस दे विच। ठीक है, ये दो ही है। ते एक होर इंपॉर्टेंट है इस एक डॉक्टर फ्रैंक, चलो बाद च करांगे। फिर 9 दसंबर 1946 में पहली बैठक होगी जिस में डॉक्टर सचिदानंद ਨੂੰ ਪ੍ਰਧਾਨ ਚੁਣ ਲਿਆ ਗਿਆ ਅਸਥਾਈ ਤੌਰ ਤੇ, ਕਿਉਂਕਿ ਉਹ ਸਭ ਤੋਂ ਵੱਡੀ ਏਜ ਸੀ ਤਾਂ ਕਰਕੇ ਚੁਣ ਲਿਆ ਗਿਆ। ठीक है, 211 ਮੈਂਬਰਾਂ ਨੇ ਇਸ ਵਿੱਚ ਪਾਰਟਿਸਿਪੇਟ ਕੀਤਾ। ਦੂਜੀ ਬੈਠਕ ਹੋਈ 11 ਦਸੰਬਰ, 2 दिन बाद ही हुई थी, 1946 ਨੂੰ। इस दूजी बैठक ਦੇ ਵਿੱਚ डॉक्टर राजेंद्र प्रसाद जी ਨੂੰ स्थाई मैंबर चुनिया गया। स्थाई मैंबर दूसरे इलैक्ट किए गए सी असैंबली के द्वारा ही इलैक्टेड सी। ठीक है, पहली तो गल याद रखना है, डॉक्टर राजेंद्र प्रसाद ਨੂੰ स्थाई मैंबर चुनिया गया कदों 11 दसंबर 1946 ਨੂੰ। दूसरी बैठक जी संविधान सभा ਦੇ ਵਿੱਚ ਉਹ स्थाई मैंबर चुनिया गया इसनूं। ठीक है, इस तो बाद इसे दे विच ही 15 मैंबरां दी एक निजम समिति का निर्माण किया गया। 15 मैंबरी निजम समिति आउंदा है, भी क्वेश्चन आउंदे है सारे भी निजम जिवें आ गया क्वेश्चन निजम समिति च कितने मैंबर सीगे, कितने मैंबर सी 15 मैंबर सीगे इहदे ते इस विच एक महिला सीगी, औरत सीगी जिहड़ी, ये भी क्वेश्चन आया। एक महिला सीगी श्री दुर्गाबाई, एको महिला सीगी दुर्गाबाई, इंपोर्टेंट नाम है, ये भी याद रखना। दुर्गाबाई 15 मैंबरी निजम समिति विचों एको एक औरत सी। ठीक है, और गल इस तो बाद चलो दूजी बैठक समाप्त हो गई। संविधान सभा दे विच टोटल 15 औरतां ने भाग लिया सीगा। कितनी औरतां इलैक्ट हुई सी? 15 औरतां आईयां सीगीआं। टोटल 300 जिहड़े अपने मैंबर सीगे 399 मैंबर चुने गए सीगे। टोटली भावें नहीं हाजिर होए सीगे पर 399 दे विचों टोटली 15 महिलावां सीगीआं। ठीक है, संविधान सभा दे विच जिन्हां विचों सिर्फ एक मुस्लिम महिला सीगी, एक मुस्लिम महिला सीगी, औरत कह लो मुस्लिम औरत सीगी जिहदा नाम सी बेगम अयाज रसूल। बेगम अयाज रसूल जी एको एक महिला सीगे इस विच। ये सारे इंपोर्टेंट फैक्ट ही है संविधान सभा च अपने मास्टर डैड लिए सिर्फ फैक्ट ही है, कोई ज़्यादा कंसैप्ट नहीं आउंदे। ठीक है, 15 औरतां सीगियां, उन्हां विचों सिर्फ एक महिला सीगी जिहदा जिन्हां दा नाम सी बेगम अयाज रसूल जी। ठीक है, होर है फैक्ट जो एक प्रसन्नदेव रॉकेट जी सीगे जिन्हां दा नाम। ठीक है, प्रसन्नदेव वो संविधान सभा के मैंबर तो सीगे, लिख लो। ठीक है, प्रसन्नदेव रॉकेट जी सीगे, प्रसन्नदेव रॉकेट जी सीगे जिहड़े कि इस सभा संविधान सभा के मैंबर सी पर ये एक दिन भी हाजिर नहीं हुए। क्वेश्चन आ जाता है भी किहड़ा मैंबर सी जिहड़ा एक दिन भी संविधान सभा च नहीं आया। प्रसन्नदेव रॉकेट जी संविधान सभा दे विच एक दिन भी हाजिर नहीं हुए सी। ठीक है, फ्रैंक
एंथनी, ये भी इंपॉर्टेंट नाम फ्रैंक एंथनी, जिहड़े कि 8 बार एंग्लो इंडियन बने, एंग्लो इंडियन बने, एंग्लो इंडियन के तौर पर चुने गए 8 बार फ्रैंक एंथनी। ये भी इंपॉर्टेंट क्वेश्चन हैगा, ये भी आया हुआ है। तो पहले दसा भी इस फैक्ट ही ज़्यादा मतलब कि फैक्ट नोट सुनी जाओ तो लिखी जाओ, तो बाद च इन्होंने याद कर लियो, होर इस कॉन्सैप्ट बारे कोई गल नहीं संविधान सभा के विच। इस तो बाद अगली मीटिंग हुई 13 दिसंबर 1946 में, 13 दिसंबर 1946 में इसकी मीटिंग हुई, जिस विच कि जवाहर लाल नेहरू जी ने अपना उद्देश प्रस्ताव पेश किया, उद्देश प्रस्ताव पेश किया, जिन्हों की एम्स एंड ऑब्जेक्टिव्स प्रस्ताव भी कहा जाता है, एम्स एंड ऑब्जेक्टिव रेजोल्यूशन, एम्स एंड ऑब्जेक्टिव्स रेजोल्यूशन भी कहा जाता है। ठीक है, उद्देश प्रस्ताव के पेश किया, जिहदे विच कि उद्देश प्रस्ताव सिंपल की जी अज की प्रस्तावना है उसनूं उद्देश प्रस्ताव कहा। ठीक है, इस विच की सीगा भी उद्देश प्रस्ताव मतलब कि जो भी संविधान दे विच आपां करना है, की शामिल करना है, की शामिल नहीं करना, किस की जरूरत है, किस की जरूरत नहीं, वो सारा कुछ इस उद्देश प्रस्ताव में शामिल सीगा। पहला कदम सी ये अपने संविधान निर्माण के वल। ठीक है, इसलिए पहला इसनूं कि 2 मैंबर सीगे अपने संविधान सभा के, एक सीगे एम आर जयकर, एक डॉक्टर भीमराव अंबेडकर, इन्हों द्वारा दोनों द्वारा इसनूं रिजेक्ट कर दिता गया। रिजेक्ट नहीं करता गया मतलब कि विरोध किया गया इस चीज़ का। क्यों विरोध किया सी? क्योंकि उस समय मुस्लिम लीग ने संविधान सभा के भाग नहीं लिया सी, ते मुस्लिम लीग के बहुत सारे लगभग 70 मैंबर सी, 70 प्लस मैंबर सीगे जो कि संविधान सभा सीगे, तो उन्होंने भाग नहीं लिया सी। इसलिए एक लोकतंत्री ढांचे के तौर पर देखते हुए एम आर जयकर ते भीमराव अंबेडकर जी इसका विरोध किया कि पहला उन्होंने समा देना चाहिए कि शामिल होण, ते फिर सारे सर्व सहमति नाल ही पहले आपां इसनूं उद्देश प्रस्ताव नूं लागू करांगे या पास करांगे। ठीक है, इसलिए मुस्लिम लीग नूं 20 जनवरी 1947 तक 20 जनवरी तक का टाइम दिता गया उन्होंने, 20 जनवरी 1947 तक का टाइम दिता गया। 20 जनवरी 1947 अपना साल शुरू हो गया ना, 1947 तक का टाइम दिता गया भी तुसी शामिल हो जाओ। उन्होंने कहा भी हाँ उन्होंने मीटिंग सी 20 जनवरी 1946 मुस्लिम लीग की कि उस तो बाद असीं शामिल होना है या नहीं होना दसांगे, पर उन्होंने 20 जनवरी मीटिंग भी कैंसल करती उन्होंने, तो शामिल नहीं हुए। इसलिए 22 जनवरी 1947 ਨੂੰ ਉਦੇਸ਼ ਪ੍ਰਸਤਾਵ ਨੂੰ ਪਾਸ कर ਦਿੱਤਾ ਗਿਆ। इंपोर्टेंट क्वेश्चन है ये, नोट कर लियो। 22 जनवरी 1947 ਨੂੰ ਉਦੇਸ਼ ਪ੍ਰਸਤਾਵ पास होया। की पास होया? उदेश प्रस्ताव पास होया। आया कदों सी? आया सी 13 दिसंबर 1946 ਨੂੰ, पास होया 22 जनवरी 1947 ਨੂੰ। क्यों इन्ने लेट होया? क्योंकि मुस्लिम लीग ਨੂੰ पार्टिसिपेट कराना चाहते सी पर उन्होंने नहीं किया, इसलिए उन्होंने तो बिना ही मुस्लिम लीग तो बिना ही इस उद्देश प्रस्ताव ਨੂੰ पास कर दिता गया। दो इन्होंने उप प्रधान सीगे संविधान सभा के, वो भी नोट कर लो कि आ जाता क्वेश्चन। वो भी उप प्रधान सीगे, जिवें प्रधान सीगे अपने डॉक्टर राजेंद्र प्रसाद संविधान सभा के, उप प्रधान सीगे, उप प्रधान जो सीगे एक सीगे एच.सी. मुखर्जी ते दूसरे सीगे वी.टी. कृष्णाचारी, वी.टी. कृष्णाचारी जी सीगे। ये दो उप प्रधान सीगे, ये भी नोट कर लियो। होर इहदे फैक्ट की इंपोर्टेंट फैक्ट है जिवें कि बाकी तो तुसीं जानते होंगे 2 साल 11 महीने ते 18 दिन, 2 साल 11 महीने ते 18 दिन इस संविधान निर्माण नूं लगे।
2 साल 11 महीने ते 18 दिन लगे। 12 कुल कितने सभावां सैशन होए, 12 सैशन होए ने। संविधान सभा के कितने सैशन होए सी? 12 सैशन होए। इन्ना टाइम लग गया, 12 सैशन होए। 60 देशों के संविधान नूं देखा गया, इस देश के निर्माण संविधान के निर्माण लई 60 देशों के संविधान की पड़चोल की गई। ये सारे क्वेश्चन आते हैं लिखी च जवाब दे नोट्स के विच। 60 देशों के संविधान की पड़चोल की गई। ठीक है जी। कैबिनेट मिशन में की होया सी, उन्होंने कहा सी भी संविधान मतलब कि जंग हार चुके थे ना, तो फिर 3 जून 1947 नूं 3 जून 1946 नूं 3 जून 1947 सॉरी 47 से 46 नूं भारत दा विखंडन, भारत का बंटवारा घोषित कर दिता गया। किन्हें? ब्रिटिश सरकार द्वारा भारत के बंटवारे को घोषित कर दिया जो 3 जून 1947 को घोषणा की गई सी। भारत के बंटवारे की, पार्टीशन ऑफ इंडिया की घोषणा कर दी गई। 3 जून ऑफ 1947 को पार्टीशन की घोषणा की गई सी। ठीक है। उसके तहत की आया लॉर्ड माउंटबेटन ने एक योजना पेश की जिसके तहत भारत ते पाकिस्तान का बंटवारा होना सीगा। ठीक है, बंटवारा हो गया तो उसके बाद मैंबर जी संविधान सभा 399 मैंबर से उन्होंने भी कटौती हो गई। 14 जुलाई 1947 को कितने मैंबर रह गए सीगे? 14 जुलाई 1947 को मैंबर रह गए सीगे अपने 229 मैंबर तो रह गए, जो 292 सीगे ना वो रह गए 229, तो दूसरे पासे जो देसी रियासत सीगे वो रह गए 70। टोटल रह गए सीगे 299 मैंबर रह गए सी। टोटल 299 मैंबर रह गए सी। कितनी जुलाई को 14 जुलाई 1947 को 299 मैंबर रह गए सी। कादे बाद माउंटबेटन जो योजना आई सी जिसके तहत भारत का पार्टीशन होना सी, उस तो बाद संविधान सभा इन्ने मैंबर रह गए सीगे। ठीक है। जरा अपना इधर लास्ट इस अपने जो फैक्ट है टोटली फैक्ट का कवर हो गया। अपना इंपोर्टेंट होगा कमेटियां का क्वेश्चन होगा रिलेटेड, कमेटियां नाल रिलेटेड क्वेश्चन होता है कई बार भी संविधान सभा च कितनी कमेटियां सीगियां। टोटल कमेटियां बनियां सीगियां 22 कमेटियां बनियां सी संविधान सभा दी। 22 कमेटियां निर्मित हुई सीगियां जिस विच अपनी इंपोर्टेंट है 8 कमेटियां अपने लिए इंपोर्टेंट है। ठीक है, जिन्होंने बारे आप जिन्होंने प्रधान ते उन्होंने कार्य अपन पता होना जरूरी है। ठीक है। पहली सी मसौदा कमेटी, पहली सी मसौदा कमेटी जिन्होंने कहते ड्राफ्टिंग कमेटी भी कहते, ड्राफ्टिंग कमेटी भी कहा जाता है, अंग्रेजी ड्राफ्टिंग कमेटी कहते हैं। ये टोटल 7 मैंबर सन, 7 मैंबर सी, 7 मैंबर सीगे। इसके प्रधान सीगे डॉक्टर भीमराव अंबेडकर, भीमराव अंबेडकर जी ये प्रधान सीगे। ठीक है। ते ਇਹਦਾ निर्माण होया सी 29 अगस्त 1947 को, 29 अगस्त 1947 ਨੂੰ ਇਸ ਦਾ ਮਸੌਦਾ ਕਮੇਟੀ ਦਾ ਨਿਰਮਾਣ ਕੀਤਾ ਗਿਆ ਸੀ। ਇਹਦਾ ਕੰਮ ਕੀ ਸੀਗਾ? संविधान की ड्राफ्टिंग करनी, मसौदा तैयार करना। ठीक है, मसौदा मतलब कि कच्चा खड़ा तैयार करना एक हिसाब का, वो इसका काम सीगा। मसौदा कमेटी द्वारा मसौदा तैयार करने का, खड़ा तैयार करने का काम किया गया। इसके मैंबर सीगे 15 मैंबर सी, इसके 15 सी 7 मैंबर सीगे ने उन्हीं करके करते। मसौदा मतलब इंग्लिश लिखा गया, ये सारा जो मसौदा लिखा गया सी ये इंग्लिश अंग्रेजी भाषा लिखा गया। ये क्वेश्चन भी आ जाता है जो एग्जाम लिया जाता हिंदी सी अंग्रेजी सीगा, सारा दे सारा मसौदा का लिखा गया जी अंग्रेजी लिखा सी, अंग्रेजी च लिखा गया सीगा। ठीक है। फिर इसनूं 21 जनवरी 1948 को पेश किया गया। 21 फरवरी 1948 को इस मसौदे नूं पेश किया गया सी। ठीक है।
ਤੇ ਲਾਸਟਲੀ ਜਿਹੜੀ ਫਿਰ ਇਸ ਤੋਂ ਬਾਅਦ ਇੱਥੇ ਬਹਿਸ ਚੱਲੀ ਸੀ ਜਿਹੜੀ ਉਹ ਚੱਲੀ ਸੀ 21 ਫਰਵਰੀ ਤੋਂ ਲੈ ਕੇ 21 ਫਰਵਰੀ ਤੋਂ ਲੈ ਕੇ 4 ਫਰਵਰੀ 4 ਨਵੰਬਰ 4 ਨਵੰਬਰ 1948 ਤੱਕ ਇਹਦੀ ਮਸੌਦਾ ਕਮੇਟੀ ਦੀ ਜਿਹੜੀ ਇਹਦੀ ਤੇ ਬਹਿਸ ਚੱਲੀ ਸੀਗੀ। ਮਸੌਦਾ ਕਮੇਟੀ ਨਾਲ ਜੋ ਵੀ ਖਰੜਾ ਤਿਆਰ ਕੀਤਾ ਉਹ ਤੇ ਬਹਿਸ ਚੱਲੀ ਸੀਗੀ। ਇਹਨਾਂ ਤੋਂ ਲੈ ਕੇ 21 ਫਰਵਰੀ ਤੋਂ ਲੈ ਕੇ 21 ਫਰਵਰੀ 1948 ਤੋਂ ਲੈ ਕੇ 4 ਨਵੰਬਰ 1948 ਤੱਕ ਇਸ ਤੇ ਬਹਿਸ ਚੱਲੀ ਸੀਗੀ। ਠੀਕ ਹੈ, ਜਿਹੜੀ ਇਹਦੀ ਲਾਸਟ ਪੜਤ ਸੀ, ਇਹ ਸਾਰੇ ਕੁਐਸਚਨ ਆਉਣ ਵਾਲੇ ਆ, ਨੋਟ ਕਰ ਲਿਓ। ਲਾਸਟ ਪੜਤ ਤੋਂ ਲਾਸਟ ਵਾਰ ਜਿਹੜਾ ਮਸੌਦੇ ਨੂੰ ਪੜਿਆ ਗਿਆ ਸੀ, ਜਿਹੜਾ ਇਸ ਤੇ ਮਸੌਦਾ ਜਿਹੜੀ ਕਮੇਟੀ ਜਿਹੜਾ ਮਸੌਦਾ ਬਣਾ ਕੇ ਦਿੱਤਾ ਸੀ ਖੜਾ ਬਣਾ, ਉਹਦੀ ਲਾਸਟ ਪੜਤ ਹੋਈ ਸੀਗੀ 26 ਨਵੰਬਰ 1949। 26 ਨਵੰਬਰ 1949 ਤੇ ਪਹਿਲੀ ਪੜਤ ਹੋਈ ਸੀਗੀ ਇਹ ਲਾਸਟ ਪਹਿਲਾਂ ਹੋ ਗਈ, ਵੈਸੇ ਪਹਿਲੀ ਪੜਤ ਹੀ ਨੋਟ ਕਰ ਲਓ। ਪਹਿਲੀ ਪੜਤ ਹੋਈ ਸੀ ਆਪਣੇ 4 ਨਵੰਬਰ 1948 ਨੂੰ 4 ਨਵੰਬਰ 1948 ਨੂੰ ਇਹਦੀ ਪਹਿਲੀ ਪੜਤ ਹੋਈ ਸੀਗੀ। ਠੀਕ ਹੈ, ਪਹਿਲੀ ਕਮੇਟੀ ਹੋ ਗਈ ਹੈ। ਉਸ ਤੋਂ ਬਾਅਦ ਦੂਸਰੀ ਕਮੇਟੀ ਸੀਗੀ ਆਪਣੀ ਨਿਯਮਾਂ ਸੰਬੰਧੀ ਕਮੇਟੀ। ਇਸ ਤੋਂ ਬਾਅਦ ਸੀਗੀ ਨਿਯਮਾਂ ਸੰਬੰਧੀ ਕਮੇਟੀ। ਨਿਯਮਾਂ ਸੰਬੰਧੀ ਕਮੇਟੀ, ਇਸ ਦੇ ਹੈਡ ਸੀਗੇ ਡਾਕਟਰ ਰਜਿੰਦਰ। ਇਹਨਾਂ ਦੇ ਹੈਡ ਹੀ ਇੰਪੋਰਟੈਂਟ ਹੈ, ਜ਼ਿਆਦਾ ਇੰਪੋਰਟੈਂਟ ਹੈ ਨਹੀਂ ਬਾਕੀ ਚੀਜ਼ਾਂ ਇਹਨਾਂ ਦੀਆਂ। ਨਿਯਮਾਂ ਸੰਬੰਧੀ ਕਮੇਟੀ ਸੀਗੀ ਦੂਸਰੀ, ਇਸ ਦੇ ਹੈਡ ਸੀਗੇ ਡਾਕਟਰ ਰਜਿੰਦਰ ਪ੍ਰਸਾਦ ਜੀ। ਠੀਕ ਹੈ, ਫਿਰ ਇੱਕ ਸਲਾਹਕਾਰ ਕਮੇਟੀ ਸੀਗੀ, ਸਲਾਹਕਾਰ ਕਮੇਟੀ, ਇਸ ਦੇ ਪ੍ਰਧਾਨ ਸੀਗੇ ਸਰਦਾਰ ਪਟੇਲ ਜੀ, ਸਰਦਾਰ ਵੱਲਭ ਭਾਈ ਪਟੇਲ। ਠੀਕ ਹੈ, ਉਸ ਤੋਂ ਬਾਅਦ ਜਿੰਨੇ ਵੀ ਜਿੰਨਾ ਵੀ ਕਮੇਟੀਆਂ ਦੇ ਵਿੱਚ ਇੱਕ ਟ੍ਰਿਕ ਹੈ, ਜਿੰਨੀਆਂ ਵੀ ਕਮੇਟੀ ਦੇ ਸੰਘ ਆਉਣ, ਸੰਘ ਸ਼ਬਦ ਆਊਗਾ, ਲਗਭਗ ਉਹਨਾਂ ਦੇ ਪ੍ਰਧਾਨ ਜਵਾਹਰ ਲਾਲ ਨਹਿਰੂ ਜੀ ਸੀਗੇ। ਠੀਕ ਹੈ, ਜਿੰਨੀਆਂ ਵੀ ਕਮੇਟੀਆਂ ਦੇ ਸੰਘ ਸ਼ਬਦ ਆਊਗਾ ਨਾ, ਜਿਵੇਂ ਸੀਗੀ ਸੰਘੀ ਸੰਵਿਧਾਨ ਕਮੇਟੀ, ਇੱਕ ਸੀਗੀ ਸੰਘੀ ਸੰਵਿਧਾਨ ਕਮੇਟੀ, ਇਹਦੇ ਹੈਡ ਕੌਣ ਸੀ? ਜਵਾਹਰ ਲਾਲ ਨਹਿਰੂ ਜੀ। ਜਵਾਹਰ ਲਾਲ ਨਹਿਰੂ ਜੀ। ਇੱਕ ਹੋਰ ਸੀ ਸੰਘੀ ਕਮੇਟੀ ਦੇ ਨਾਲ, ਸੰਘੀ ਨਾਮ ਦੇ ਨਾਲ ਹੀ ਸੰਘ ਸ਼ਕਤੀਆਂ ਸੰਬੰਧੀ ਕਮੇਟੀ ਸੀ, ਇੱਕ ਸੰਘ ਸ਼ਕਤੀਆਂ ਸੰਬੰਧੀ ਕਮੇਟੀ। ਇਸ ਦੇ ਮੈਂਬਰ ਵੀ ਸੇਮ ਜਵਾਹਰ ਲਾਲ ਨਹਿਰੂ ਜੀ ਸੀਗੇ। ਜਵਾਹਰ ਲਾਲ ਨਹਿਰੂ ਜੀ ਸੀਗੇ। ਠੀਕ ਹੈ, ਇਹ 4-5 ਇੰਪੋਰਟੈਂਟ ਕਮੇਟੀਆਂ ਇਹਨਾਂ ਦੇ ਪ੍ਰਧਾਨ ਹੁੰਦੇ ਹੈਗੇ ਬਸ। ਬਾਕੀ ਆਪਣੀ ਸਾਰੀਆਂ ਪੜ੍ਹਨ ਦੀ ਆਪਾਂ ਨੂੰ ਕਮੇਟੀਆਂ ਲੋੜ ਨਹੀਂ ਹੈਗੀ। ਥੋੜੇ ਜਿਹੇ ਹੋਰ ਇੰਪੋਰਟੈਂਟ ਫੈਕਟ ਹੈਗੇ ਜਿਵੇਂ ਕਿ ਝੰਡਾ ਅਪਣਾਉਣਾ, ਰਾਸ਼ਟਰੀ ਗੀਤ ਅਪਣਾਉਣਾ। ਵੈਸੇ ਤਾਂ ਤੁਸੀਂ ਜਾਣਦੇ ਹੋਵੋਗੇ 22 ਜੁਲਾਈ 1947 ਨੂੰ 22 ਜੁਲਾਈ 1947 ਨੂੰ ਆਪਣਾ ਰਾਸ਼ਟਰੀ ਝੰਡਾ ਅਪਣਾਇਆ ਗਿਆ। ਰਾਸ਼ਟਰੀ ਝੰਡਾ ਅਪਣਾਇਆ ਗਿਆ ਜਿਸ ਵਿੱਚ ਕਿ 3 ਰੰਗ ਸੀ, ਉੱਪਰ ਕੇਸਰੀ, ਨੀਚੇ ਹਰਾ ਤੇ ਵਿਚਾਲੇ ਚਿੱਟਾ ਰੰਗ ਸੀ, ਜਿਸ ਦੇ ਵਿੱਚ ਇੱਕ ਅਸ਼ੋਕ ਚੱਕਰ ਬਣਿਆ, ਜਿਸ ਦੇ ਵਿੱਚ 24 ਤੀਰਾਂ ਬਣੇ ਜੋ ਕਿ 24 ਘੰਟੇ ਕੰਮ ਕਰਨ ਦਾ ਸੁਨੇਹਾ ਦਿੰਦੇ ਆ। ਠੀਕ ਹੈ, ਤੇ ਇਸ ਦੀ ਲੰਬਾਈ ਚੜਾਈ ਹੁੰਦੀ ਹੈ 2:3 ਦੇ ਵਿੱਚ, ਮਤਲਬ ਕਿ 2 ਫੁੱਟ ਚੌੜਾ ਤੇ 3 ਫੁੱਟ ਲੰਬਾ। ਰਾਸ਼ਟਰੀ ਝੰਡਾ ਹਮੇਸ਼ਾ 2 ਫੁੱਟ ਚੌੜਾ ਤੇ 3 ਫੁੱਟ ਲੰਬਾ ਹੁੰਦਾ ਤੇ ਇਹ ਹਮੇਸ਼ਾ ਖੱਦਰ ਦੇ ਕੱਪੜੇ ਦਾ ਬਣਿਆ ਹੁੰਦਾ ਰਾਸ਼ਟਰੀ ਝੰਡਾ। ਠੀਕ ਹੈ, ਇਹ ਵੈਸੇ ਐਕਸਟਰਾ ਇਹਨਾਂ ਝੰਡੇ ਬਾਰੇ ਹੈ ਨੌਲੇਜ। ਤੇ 22 ਜੁਲਾਈ 1947 ਨੂੰ ਤੇ ਇੱਕ ਸੀ ਗੋਬਿੰਦ ਮਾਲਵੀਆ ਜੀ, ਆਪਣੇ ਸੀ ਗੋਬਿੰਦ ਮਾਲਵੀ ਜੀ ਸੀਗੇ। ਗੋਬਿੰਦ ਮਾਲਵੀਆ, ਇਹਨਾਂ ਦੇ ਕਹਿਣ ਤੇ 22 ਜੁਲਾਈ ਨੂੰ ਰਾਸ਼ਟਰੀ ਝੰਡਾ ਦਿਵਸ ਘੋਸ਼ਿਤ ਕੀਤਾ ਗਿਆ ਸੀਗਾ। 22 ਜੁਲਾਈ ਨੂੰ ਰਾਸ਼ਟਰੀ ਝੰਡਾ ਦਿਵਸ ਘੋਸ਼ਿਤ ਕੀਤਾ ਕਿਹਨਾਂ ਦੀ ਕਹਿਣ ਤੇ? ਗੋਬਿੰਦ ਮਾਲਵੀਆ ਦੇ ਕਹਿਣ ਤੇ ਕੀਤਾ ਗਿਆ ਸੀਗਾ। ਰਾਸ਼ਟਰੀ ਗਾਨ ਤੇ ਰਾਸ਼ਟਰੀ ਗੀਤ ਨੂੰ ਕਦੋਂ ਅਪਣਾਇਆ ਗਿਆ?
संविधान सभा द्वारा ये सारे कार्य किए गए। 24 जनवरी 1950 ਨੂੰ राष्ट्रीय गीत ते राष्ट्रीय झंडा अपनाया गया, झंडा नहीं सॉरी, राष्ट्रीय गीत राष्ट्रीय गान अपनाया गया सी। राष्ट्रीय गीत ते राष्ट्रीय गान कदों अपनाया गया? 24 जनवरी 1950 ਨੂੰ अपनाया गया। 24 जनवरी 1950। ठीक है जी। फिर अपना राष्ट्रीय गीत है ये बंकिम चंद्र चटर्जी जी द्वारा लिखा गया, जिसे सब जानते हैं वैसे। बंकिम चंद्र चटर्जी। राष्ट्रीय गान का रचना अपने रविंद्रनाथ जी द्वारा, रविंद्रनाथ टैगोर जी द्वारा लिखा गया। ठीक है, ये अपने अपने की नाम है था वंदे मातरम। राष्ट्रीय गीत कड़ा अपना वंदे मातरम। राष्ट्रीय गान के जनगण मन, ये अपना राष्ट्रीय गीत है। इसे दिन 24 जनवरी 1950 हुई, 24 जनवरी 1950 हुई अपने पहले प्रेसिडेंट डॉक्टर राजेंद्र प्रसाद जी को चुना गया। 24 जनवरी 1950 हुई डॉक्टर राजेंद्र प्रसाद जी को भारत के पहले राष्ट्रपति चुना गया। पहले राष्ट्रपति चुना गया सी। ठीक है, ते एक होर इंपोर्टेंट फैक्ट है 24 जनवरी 1950 की डेट बहुत इंपोर्टेंट है अपने लिए। इसे दिन 284 मैंबर ने साइन किए थे संविधान जो अपने संविधान क्रिएट होया सी उते साइन किए थे। 284 मैंबर ने साइन किए थे, टोटल 284 मैंबर ने साइन किए, जिस विचों सब तो पहला साइन किए थे अपने जवाहरलाल नेहरू जी ने। फर्स्ट ते किए थे जवाहरलाल नेहरू जी ने, ते लास्ट किए थे डॉक्टर लास्ट किए राजेंद्र प्रसाद जी ने। राजेंद्र प्रसाद, डॉक्टर राजेंद्र प्रसाद जी। एक होर इंपोर्टेंट फैक्ट है अपना एक हसरत मोहानी। हसरत मोहानी नाम के मैंबर संविधान सभा का। हसरत मोहानी जिन्होंने द्वारा के संविधान सभा के संविधान निर्माण किया साइन नहीं किए गए थे। 24 जनवरी 1950 संविधान सभा के 284 मैंबर ने साइन किए। सब तो पहला साइन किए जवाहरलाल नेहरू जी ने, सब तो आखिर से साइन किए डॉक्टर राजेंद्र प्रसाद जी ने। हसरत मोहानी यहो जिहा मैंबर सी जिसने इस ते साइन नहीं किए। ठीक है, प्रेम बिहारी रायजादा। प्रेम बिहारी रायजादा जी द्वारा, प्रेम बिहारी रायजादा, प्रेम बिहारी रायजादा जी द्वारा इस संविधान लिखा गया सीगा इंग्लिश विच इटालियन शैली विच। इटालियन शैली विच प्रेम बिहारी रायजादा जी द्वारा लिखा गया सी। एक क्वेश्चन मतलब किस द्वारा हैंड रिटन लिखा गया सी? प्रेम बिहारी रायजादा जी द्वारा इंग्लिश की इटालियन शैली दे विच इसनूं लिखा गया सीगा। ते 26 नवंबर 1949 26 नवंबर 1949 भारत के 16 आर्टिकल लागू हुए थे। आप सुनते ना अपना 26 नवंबर अधिनियमित किया गया उस दिन भारत संविधान के 16 आर्टिकल लागू हुए थे। ये भी क्वेश्चन आया है 26 नवंबर 1949 कितने आर्टिकल लागू हुए थे? 16 आर्टिकल लागू हुए थे 26 नवंबर 1949। ठीक है, तो अपने आर्टिकल जो 395 है वो प्रोविजन पाया गया। आर्टिकल 395 लिखा गया,
आर्टिकल 395 लिखा गया कि जिन्ने जिहड़ा अपना भारत अधिनियम भारत एक्ट 1935 आया सी, जिहड़ा भारत एक्ट 1935 ते भारतीय स्वतंत्रता एक्ट, ये वैसे आप अगे विस्तार में पढ़ांगे। भारतीय स्वतंत्रता एक्ट 1947, ये दोनों ही संविधान लागू होने सार खत्म हो जाएंगे, दोनों के खत्म हो जाएंगे। किस आर्टिकल तहत? आर्टिकल 395 तहत उस विच ऐड किया गया। बाकी इस संविधान सभा के जिहड़े कि सब तो एक्टिव मैंबर सीगे वो सीगे डॉक्टर भीमराव अंबेडकर। आप सारे जानते हैं डॉक्टर भीमराव अंबेडकर जी को। एक्टिव मैंबर सीगे डॉक्टर भीमराव अंबेडकर। उन्होंने राजेंद्र प्रसाद जी ने दशक पायलट किया। राजेंद्र प्रसाद जी ने की किया? दशक पायलट किया, क्योंकि उन्होंने बहुत एक्टिव रोल निभाया सीगा संविधान सभा के निर्माण, संविधान के निर्माण के विच। राजेंद्र प्रसाद काली संज्ञा दी इन्होंने दशक पायलट किया, दशक पायलट किया इन्होंने, ठीक है। ते के वी राव मैंबर सीगे, के वी राव जी, उन्होंने इन्होंने जनन किया, जनक या जननी किया इन्होंने डॉक्टर भीमराव अंबेडकर जी। ये दो इंपोर्टेंट है जिहड़े कि पेपर च आउंदे हैं। राजेंद्र प्रसाद जी ने दशक पायलट की संज्ञा दी, के वी राव जी ने जनक या जननी कहा सी, इन्होंने भीमराव अंबेडकर जी को जननी कहा सीगा। लास्ट ते जमा आखिरी पड़ाव च आ गए आप। लास्ट ते की सी इस संविधान सभा की आलोचना की गई कई अंग्रेज राइटरां द्वारा, ब्रिटिश राइटरां द्वारा ते होर भारतीय राइटरां द्वारा भी की आलोचना की सी। जी ब्रिटिश गल की कुछ जो इंपोर्टेंट है वो आप करांगे। जो एक सीगा ब्रिटिश सीगा सर जॉन साइमन, इसने कहा सी कि इसने संविधान सभा को हिंदुओं की सभा कहा, हिंदुओं की सभा कह के पुकारा संविधान सभा, सर जॉन साइमन। एक सी ग्रेनविल ऑस्टिन ने की क्या? ग्रेनविल ऑस्टिन इन्होंने की क्या? इन्होंने क्या संविधान सभा का अर्थ कांग्रेस, संविधान सभा का अर्थ कांग्रेस, संविधान सभा का अर्थ चलो तुम नोट ही कर लियो। संविधान सभा का अर्थ कांग्रेस और कांग्रेस का अर्थ भारत। किने क्या सी? ग्रेनविल ऑस्टिन ने क्या संविधान सभा का अर्थ कांग्रेस ते कांग्रेस का अर्थ भारत होगा। बुक इन्होंने बुक क्या सी? एक इंडियन बुक का नाम सी इंडियन कॉन्स्टिट्यूशन कॉर्नरस्टोन ऑफ द नेशन, इंडियन कॉन्स्टिट्यूशन कॉर्नरस्टोन ऑफ द नेशन। इस बुक में ग्रेनविल ऑस्टिन ने संविधान सभा का अर्थ कांग्रेस और कांग्रेस का अर्थ भारत दस्या। एक इन्होंने आइवर नाम के एक व्यक्ति सीगा जिसने कि इस वकीलों का स्वर्ग क्या, संविधान सभा वकीलों का स्वर्ग दस्या। किने? आइवर ने। एक ना इंपोर्टेंट फैक्ट है कि आ जाता कई बार क्वेश्चन च भी संविधान सभा की जी मोहर सी, एक चिन्ह होंगे ना किसी भी संस्था चिन्ह होंगे, संविधान सभा की मोहर की सी? चिन्ह की सीगा संविधान सभा? चिन्ह सीगा हाथी। ये क्वेश्चन बहुत बार आया है। संविधान सभा चिन्ह की सीगा? हाथी सीगा, ठीक है। तो जिहड़ा इसको हिंदी में बाद च लिखा सीगा संविधान नूं, हिंदी में किहने लिखा सीगा? हिंदी में जे गल करिए वो लिखा सीगा बसंत कृष्ण देव जी ने, बसंत कृष्ण देव जी ने इसनूं हिंदी में लिखा सीगा, ठीक है। चलो अपना अज का टॉपिक कंप्लीट होता है। बोर कंसैप्चुअल थोड़ा घट सी, फैक्ट ज़्यादा सी, क्योंकि इस संविधान सभा सिर्फ फैक्ट ही ज़्यादा आते हैं। कंसैप्ट जो अपने और भी आएंगे जो आप आर्टिकल करांगे, इस तो अगे आप यूनियन करांगे, सिटीजनशिप करांगे, फंडामेंटल राइट करांगे, जो भी अगे पढ़ा वो कंसैप्ट बिल्कुल जी संविधान सभा जोड़े भी हम आप समअप करेंगे ये फैक्ट ही ज़्यादातर आते हैं। चलो आप अगले लैक्चर पढ़ांगे।
ਅਗਲਾ ਟੌਪਿਕ ਕਰਾਂਗੇ। ਥੈਂਕ ਯੂ।